ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚੌਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਆਪ ਸੰਗਤਾਂ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਸਿੱਖ ਜਗਤ ਦੇ ਨਿਤਨੇਮ ਦੀ ਖੰਡੇ ਦੀ ਪਹੁਲ ਦੀ ਜੋ ਪਾਕ ਬਾਣੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪੁਰਜ਼ੋਰ ਕਲਮ ਤੋਂ ਗਲੂਏ ਮੁਬਾਰਕ ਤੋਂ ਪ੍ਰਗਟ ਹੋਈ ਚੌਪਈ ਸਾਹਿਬ, ਉਸ ਅਗੰਮੀ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਉਦ ਕਰਖ ਕਰਾ ਕਰ ਤਾਰਾ, ਪਰਜਾ ਧਰਤ ਤਬ ਦੇਹ ਅਪਾਰਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਦੁਨੀਆ ਦੀ ਰਚਨਾ ਬਾਬਤ ਹੁਕਮ ਕਰਦੇ ਨੇ। ਉਦਕਰਖ ਦਾ ਮਤਲਬ ਹੈ ਅਧਿਕਤਾ, ਵ੍ਰਿੱਧੀ, ਵਿਸਥਾਰ, ਫੈਲਾਓ, ਖਿਲਾਰਾ। ਇਹ ਅਕਾਲ ਪੁਰਖ ਕਰਾ ਤੋਂ ਭਾਵ ਹੈ ਜਦੋਂ ਤੂੰ ਵਿਸਥਾਰ ਕੀਤਾ, ਫੈਲਾ ਕੀਤਾ, ਤੂੰ ਸੰਕਲਪ ਕੀਤਾ। ਕਰਤਾਰ ਕਹਿੰਦੇ ਨੇ ਜੋ ਰਚਣ ਵਾਲਾ ਹੈ, ਜੋ ਕਰਤਾ ਹੈ, ਹੂ ਇਜ਼ ਦਾ ਕ੍ਰੀਏਟਰ। ਰਚਨਾ ਕਰਨ ਵਾਲਾ ਹੈ ਅਕਾਲ ਪੁਰਖ। ਦੁਨੀਆ ਦੀ ਰਚਨਾ ਤੋਂ ਪਹਿਲਾਂ ਤੂੰ ਇਕੱਲਾ ਹੀ ਸੀ। ਤਾੜੀ ਲਾ ਕੇ, ਸਮਾਧੀ ਲਾ ਕੇ, ਸ਼ੂਨਿਆਂ ਵਿੱਚ, ਸੁੰਨ ਵਿੱਚ ਤੂੰ ਬੈਠਾ ਹੋਇਆ ਸੀ। ਬਾਣੀ ਦਾ ਫੁਰਮਾਨ ਹੈ ਨਾ, ਧੁੰਦੂ ਘਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਕੋਈ ਕਹਿੰਦੇ ਪਸਾਰਾ ਨਹੀਂ ਸੀ, ਕੋਈ ਫੈਲਾ ਨਹੀਂ ਸੀ, ਕੋਈ ਰਚਨਾ ਨਹੀਂ ਸੀ, ਕੋਈ ਖੰਡ ਬ੍ਰਹਿਮੰਡ ਨਹੀਂ ਸੀ, ਅੰਧਕਾਰ ਸੀ। ਔਰ ਇੱਕ ਅਕਾਲ ਪੁਰਖ ਮੌਜੂਦ ਸੀ। ਜੁਗ ਛੱਤੀ ਹੀ ਤਿਨੈ ਵਰਤਾਏ, ਜਿਉ ਤਿਸ ਭਾਣਾ ਤਿਵੈ ਚਲਾਏ। ਗਿਣਤੀ ਨਹੀਂ ਹੋ ਸਕਦੀ। ਬਹੁਤੇ ਯੁੱਗ ਇਹੀ ਵਰਤਾਰਾ ਵਰਤਿਆ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਾ। ਹੁਣ ਦੇਖੋ, ਸਾਇੰਸ ਇੱਕ ਖੋਜ ਕਰਦੀ ਹੈ, ਬਿਗ ਬੈਂਗ ਥਿਊਰੀ, ਧਮਾਕਾ ਹੋਇਆ, ਕੋਈ ਵਿਸਫੋਟ ਹੋਇਆ, એનર્ਜੀ ਦਾ, ਦੁਨੀਆ ਬਣ ਗਈ।
ਪਰਮਾਣੂ ਤੋਂ, ਐਟਮ ਤੋਂ ਦੁਨੀਆ ਬਣੀ। ਹੁਣ ਰੱਬ ਦੀ ਹੋਂਦ ਤੋਂ ਇਹ ਲੋਕ ਮੁਨਕਰ ਨੇ, ਪਰ ਸੋਚਣ ਵਾਲੀ ਗੱਲ ਇਹ ਹੈ ਵੀ ਉਹ ਐਨਰਜੀ ਜਿਹੜੀ ਹੈ, ਉਹ ਧਮਾਕਾ ਜਿਹੜਾ ਹੈ, ਉਹ ਐਟਮ ਜਿਹੜੀ ਹੈ, ਉਹਨੂੰ ਤਾਕਤ ਕਿਸ ਨੇ ਦਿੱਤੀ ਹੈ। ਹਰ ਮੂਰਤੀ ਦੇ ਪਿੱਛੇ ਚਿੱਤਰਕਾਰ ਹੁੰਦਾ ਹੈ। ਮਾਂ ਬਾਪ ਤੋਂ ਬਿਨਾਂ ਕਾਕਾ ਨਹੀਂ ਪੈਦਾ ਹੋ ਸਕਦਾ। ਸੋ ਅਕਾਲ ਪੁਰਖ ਤੋਂ ਬਿਨਾਂ, ਉਸ ਚਿੱਤਰਕਾਰ ਤੋਂ ਬਿਨਾਂ ਮੂਰਤੀ ਨਹੀਂ ਪੈਦਾ ਹੋ ਸਕਦੀ। ਬਸ ਉਹਨੇ ਸੰਕਲਪ ਕੀਤਾ, ਉਹਨੇ ਹੁਕਮ ਕੀਤਾ, ਉਹਨੇ ਫੁਰਨਾ ਕੀਤਾ ਵੀ ਇੱਕ ਤੋਂ ਅਨੇਕ ਹੋ ਜਾਵਾਂ। ਉਹਦੇ ਫੁਰਨੇ ਦੇ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਪ੍ਰਜਾ ਧਰਤ ਤਬ ਦੇਹ ਅਪਾਰਾ। ਪ੍ਰਜਾ ਦਾ ਭਾਵ ਹੈ ਰਈਅਤ, ਇਹ ਲੋਕਾਈ, ਇਹ ਮਨੁੱਖਤਾ, ਇਹ ਜੂਨਾ, ਇਹ ਖੰਡਾਂ ਬ੍ਰਹਿਮੰਡਾਂ ਅੰਦਰ ਜਿਹੜੇ ਸ੍ਰਿਸ਼ਟੀ ਅੰਦਰ ਜਿਹੜੇ ਲੋਕ ਨੇ। ਬਸ ਤੂੰ ਫੁਰਨਾ ਕੀਤਾ, ਪ੍ਰਜਾ ਧਰਤ ਲੋਕਾਈ ਨੇ ਧਰਿਆ, ਕਹਿੰਦੇ ਕਿ ਦੇਹ ਨੂੰ, ਦੇਹ ਅਪਾਰਾ। ਬੇਅੰਤ ਦੇਹਾਂ ਦੇ ਧਾਰਨੀ ਪੈਦਾ ਹੋ ਗਏ, ਬੇਅੰਤ ਖੰਡ ਬ੍ਰਹਿਮੰਡ ਪੈਦਾ ਹੋ ਗਏ, ਜਿਸਮ ਪੈਦਾ ਹੋ ਗਏ, ਸਰੀਰ ਪੈਦਾ ਹੋ ਗਏ, ਪ੍ਰਫੁੱਲਤ ਹੋ ਗਈ ਦੁਨੀਆ। ਅਪਾਰਾ ਕਹਿੰਦੇ ਨੇ ਜਿਸ ਦਾ ਪਾਰ ਨਹੀਂ ਹੈ, ਪਰਲਾ ਕੰਢਾ ਨਹੀਂ ਹੈ। ਇਹ ਕਿੱਡੀ ਕੁ ਦੁਨੀਆ ਹੈ, ਇਹ ਕਿੱਡੀ ਕੁ ਤੇਰੀ ਰਚਨਾ ਹੈ, ਕਿੰਨਾ ਕੁ ਖੰਡ ਬ੍ਰਹਿਮੰਡ ਦਾ ਫੈਲਾਅ ਹੈ। ਕਹਿੰਦੇ ਦੂਜਾ ਕੰਢਾ ਕਿਸੇ ਨੂੰ ਨਹੀਂ ਪਤਾ। ਜਿੱਥੇ ਕੋਈ ਹੈ, ਪਾਰਲਾ ਕੰਢਾ ਕਿੱਥੇ ਹੈ, ਇਹਦਾ ਅੰਤ ਕਿੱਥੇ ਹੈ ਖੰਡਾਂ ਬ੍ਰਹਿਮੰਡਾਂ ਦਾ। There are millions of galaxies, ਲੱਖਾਂ ਤਾਰੇ, ਸੂਰਜ, ਚੰਦ ਨੇ, ਇੱਥੇ ਕੋਈ ਅੰਤ ਨਹੀਂ ਪਾ ਸਕਿਆ। ਸੋ ਮਹਾਰਾਜ ਪਾਤਸ਼ਾਹ ਆਖਣ ਲੱਗੇ, ਸੰਕਲਪ ਹੋਇਆ, ਇੱਕ ਫੁਰਨਾ ਹੋਇਆ, ਤੇਰੇ ਹੁਕਮ ਦੇ ਵਿੱਚ ਦੁਨੀਆ ਪੈਦਾ ਹੋ ਗਈ। ਖੰਡ ਬ੍ਰਹਿਮੰਡ, ਲੱਖਾਂ ਜੀਵ ਜੰਤੂ, ਪੇੜ ਪੌਦੇ ਸਭ ਪੈਦਾ ਹੋ ਗਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਤਿਸ ਭਾਵੈ ਤਾਂ ਕਰੇ ਵਿਸਥਾਰ। ਉਹਨੂੰ ਚੰਗਾ ਲੱਗਾ, ਉਹਨੇ ਵਿਸਥਾਰ ਕਰ ਦਿੱਤਾ, ਫੈਲਾ ਕਰ ਦਿੱਤਾ, ਉਹਨੇ ਦੁਨੀਆ ਸਾਜ ਦਿੱਤੀ। ਅੱਗੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਜਬ ਆ ਕਰਖ ਕਰਤਹੁ ਕਬਹੂੰ। ਅਕਰਖ ਕਹਿੰਦੇ ਨੇ ਖਿੱਚ ਲੈਣਾ, ਕਸ਼ਿਸ਼ ਆਪਣੇ ਵਿੱਚ ਸਮਾ ਲੈਣਾ, ਸਾਹ ਨੂੰ ਅੰਦਰ ਖਿੱਚਣਾ। ਐ ਅਕਾਲ ਪੁਰਖ, ਜਦੋਂ ਕਿਤੇ ਤੂੰ ਇਹ ਫੁਰਨਾ ਪੈਦਾ ਕਰਦਾ ਹੈ ਵੀ ਸ੍ਰਿਸ਼ਟੀ ਨੂੰ ਮੈਂ ਸਮੇਟ ਲਵਾਂ, ਸ੍ਰਿਸ਼ਟੀ ਦਾ ਮੈਂ ਖਾਤਮਾ ਕਰ ਦੇਵਾਂ। ਬੜਾ ਤਮਾਸ਼ਾ ਵੇਖ ਲਿਆ, ਇਹ ਨਹੀਂ ਸੁਧਰਦੇ, ਖੁਰਾ ਖੋਜ ਮਿਟਾ ਕੇ ਨਵੀਂ ਦੁਨੀਆ ਸਾਜ ਦੇਵਾਂ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਬਸ ਫੁਰਨਾ ਕਰਨ ਦੀ ਦੇਰ ਹੈ, ਮਹਾਪਰਲੋ ਆ ਜਾਂਦੀ ਹੈ। ਤੁਸੀਂ ਵੇਖੋ, ਤਸਾਮੀਆਂ ਆ ਜਾਂਦੀਆਂ, ਭੁਚਾਲ ਆ ਜਾਂਦੇ ਨੇ, ਥਲਾਂ 'ਚ ਸਮੁੰਦਰ ਕਰ ਦਿੰਦਾ ਹੈ, ਸਮੁੰਦਰਾਂ 'ਚ ਥਲ ਕਰ ਦਿੰਦਾ ਹੈ। ਜਦੋਂ ਆਪਣੀ ਉਹ ਆਈ ਤੇ ਆਉਂਦਾ ਹੈ, ਹਰਨ ਭਰਨ ਜਾਂਕਾ ਨੇਤਰ ਫੋਰ। ਇੱਕ ਅੱਖ ਦੇ ਝਮੱਕੇ ਜਿੰਨੇ ਸਮੇਂ 'ਚ ਦੁਨੀਆ ਗਰਕ ਕਰ ਦੇਣੀ, ਮੁੜ ਸੁਰਜੀਤ ਕਰ ਦੇਣੀ। ਇਹ ਪਰਮਾਤਮਾ ਦੀ ਤਾਕਤ ਹੈ। ਤੁਮੈ ਮਿਲਤ ਦੇਹ ਧਰ ਸਭਹੂੰ। ਦੇਹ ਧਰ, ਦੇਹ ਧਾਰੀ ਜਿੰਨੇ ਵੀ ਸਰੀਰ ਨੇ, ਸੂਖਸ਼ਮ ਨੇ, ਜੋ ਨਜ਼ਰੀ ਨਹੀਂ ਆਉਂਦੇ, ਅੱਖਾਂ ਦਾ ਵਿਸ਼ਾ ਨਹੀਂ, ਬੈਕਟੀਰੀਆ, ਐਟਮਸ, ਇਹ ਜੋ ਕੁਝ ਵੀ ਹੈ, ਪਰਮਾਣੂ ਆਦਿਕ, ਜਿਨ੍ਹਾਂ ਤੋਂ ਸਾਇੰਸ ਕਹਿੰਦੀ ਦੁਨੀਆ ਬਣੀ ਹੈ, ਜਾਂ ਜਿਹੜੇ ਆਪਣੇ ਵਰਗੇ ਭਾਰੀ ਭਰਕਮ ਜੋ ਨਜ਼ਰੀ ਆਉਂਦੇ ਨੇ, ਸਥੂਲ ਸਰੀਰ ਨੇ। ਸੰਕਲਪ ਉੱਠਿਆ, ਸਮੇਟ ਲਵਾਂ ਦੁਨੀਆ ਦਾ ਖੁਰਾ ਖੋਜ, ਮਿਟਾ ਦੇਵਾਂ, ਦੁਨੀਆ ਮਿਟ ਜਾਂਦੀ ਹੈ। ਬਾਣੀ ਦਾ ਫਰਮਾਨ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ, ਓਪਤ ਪਰਲੋ ਖਿਨਮਹਿ ਕਰਤਾ। ਰੰਚਕ ਮਾਤਰ ਸਮੇਂ ਦੇ ਵਿੱਚ ਹੀ ਕ੍ਰੀਏਟਸ ਐਂਡ ਡਿਸਟਰੋਇਜ਼ ਦਿਸ ਵਰਲਡ
ਇਨ ਐਨ ਇਨਸਟੈਂਟ, ਅੱਖ ਝਮਕਣ ਦੇ ਸਮੇਂ ਵਿੱਚ ਦੁਨੀਆ ਪੈਦਾ ਕਰਨੀ, ਗਰਕ ਕਰ ਦੇਣੀ, ਇਹ ਉਹਦੀ ਤਾਕਤ ਹੈ। ਉਹਦੇ ਲਈ ਇਹ ਤਮਾਸ਼ਾ ਹੈ ਦੁਨੀਆ। ਸਮੁੰਦਰ ਦੇ ਕੰਢੇ ਕੋਈ ਬੱਚਾ ਵੇਖਿਓ, ਫੁਰਨਾ ਪੈਦਾ ਹੁੰਦਾ, ਉਹ ਪੈਰ ਜਿਹਾ ਦੇ ਕੇ ਰੇਤ ਦਾ ਮਹਿਲ ਬਣਾ ਲੈਂਦਾ ਹੈ। ਅਗਲੇ ਝੱਟ ਫੁਰਨਾ ਪੈਦਾ ਹੁੰਦਾ, ਠੀਕ ਨਹੀਂ ਬਣਿਆ, ਢਾਹ ਦੇਵਾਂ, ਹੱਥ ਮਾਰ ਕੇ ਢਾਹ ਦਿੰਦਾ ਹੈ। ਪਰ ਬੱਚਾ ਉਪਰਾਮ ਹੈ, ਉਹਦਾ ਬਹੁਤਾ ਕੋਈ ਤੇਹ ਨਹੀਂ ਹੈ, ਉਹ ਕੋਈ ਜੁੜਿਆ ਨਹੀਂ ਹੈ ਉਸ ਮਹੱਲ ਦੇ ਨਾਲ। ਕਈ ਵਾਰ ਉਹ ਸਾਜਦਾ ਹੈ, ਕਈ ਵਾਰ ਢਾਉਂਦਾ ਹੈ, ਉਹਦੇ ਲਈ ਇੱਕ ਖੇਡ ਹੈ। ਸੋ ਪਰਮਾਤਮਾ ਲਈ ਸੰਸਾਰ ਇੱਕ ਖੇਡ ਤੋਂ ਵੱਧ ਕੇ ਕੁਝ ਨਹੀਂ ਹੈ। ਜਦੋਂ ਦਿਲ ਕਰਦਾ ਹੈ ਪੈਦਾ ਕਰਦਾ ਹੈ, ਜਦੋਂ ਦਿਲ ਕਰਦਾ ਹੈ ਢਾਹ ਦਿੰਦਾ ਹੈ। ਠੀਕ ਹੈ, ਤੂੰ ਬੜੇ ਕਬਜ਼ੇ ਲਏ, ਬੜੇ ਮਹੱਲ ਉਸਾਰੇ, ਤਖਤਾਂ ਤਾਜਾਂ ਦਾ ਤੂੰ ਵਾਰਸ ਬਣ ਗਿਆ, ਇਹ ਮੇਰਾ ਹੈ, ਇਹ ਮੇਰਾ ਹੈ, ਤੂੰ ਰੱਟ ਲਾਈ ਹੈ, ਮੁਰਦਾਰ ਖਾਨਾ ਹੈ, ਲੋਕਾਂ ਦੇ ਹੱਕ ਮਾਰਦਾ ਹੈ। ਪਤਾ ਨਹੀਂ ਉਹਦਾ ਕਦੋਂ ਫੁਰਨਾ ਬਦਲ ਜਾਵੇ, ਤੇਰਾ ਕੁਝ ਵੀ ਨਾ ਰਵੇ। ਪਤਾ ਨਹੀਂ ਉਹਦਾ ਕਦੋਂ ਸੰਕਲਪ ਬਦਲ ਜਾਵੇ। ਇਹ ਜਿਹੜੇ ਤੇਰੇ ਲਏ ਹੋਏ ਕਬਜ਼ੇ ਨੇ, ਤੇਰੀਆਂ ਪਾਈਆਂ ਵੰਡੀਆਂ ਨੇ, ਵੱਟਾਂ ਨੇ, ਇਹਨਾਂ ਦਾ ਖੁਰਾ ਖੋਜ ਮਿਟਾ ਦਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਤਿਸ ਭਾਵੈ ਤਾਂ ਏਕੰਕਾਰ। ਜਦੋਂ ਉਹਨੂੰ ਭਾਉਂਦਾ ਹੈ, ਉਹ ਸਭ ਕੁਝ ਖਤਮ ਕਰਕੇ ਆਪਣੇ 'ਚ ਮਿਲਾ ਲੈਂਦਾ ਹੈ, ਇਕੱਲਾ ਰਹਿ ਜਾਂਦਾ ਹੈ, ਆਨੰਦ ਵਿੱਚ ਰਹਿੰਦਾ ਹੈ ਉਹ। ਸੋ ਗੁਰੂ ਗ੍ਰੰਥ ਸਾਹਿਬ ਨੇ ਜਗ੍ਹਾ ਜਗ੍ਹਾ ਇਸ ਬਾਬਤ ਕਿਹਾ ਹੈ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ। ਬੜੀ ਉਸਨੇ ਰਚਨਾ ਕੀਤੀ, ਕਰੋੜਾਂ ਹੀ ਤਰ੍ਹਾਂ ਦੇ ਜੀਵ ਜੰਤੂ ਬਣਾਏ, ਚਿੱਤ ਕੀਤਾ ਬਣਾ ਦਿੱਤੇ, ਚਿੱਤ ਕੀਤਾ ਆਪਣੇ 'ਚ ਹੀ ਸਮਾ ਲੈਂਦਾ ਹੈ, ਮਿਟਾ ਦਿੰਦਾ ਹੈ ਸਭ ਨੂੰ। ਅੱਗੇ ਮਹਾਰਾਜ ਪਾਤਸ਼ਾਹ ਆਖਣ ਲੱਗੇ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ। ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਨੇ, ਜੋ ਤੇਰੇ ਰਚੇ ਹੋਏ ਨੇ, ਉਹਨਾਂ ਨੇ ਮੁੱਖ ਧਾਰਨ ਕੀਤੇ ਨੇ, ਉਹਨਾਂ ਕੋਲ ਗਲੂਏ ਨੇ, ਉਹ ਬੋਲਦੇ ਨੇ। ਮਹਾਰਾਜ ਪਾਤਸ਼ਾਹ ਜਿਤਨੇ ਵੀ ਇਹ ਬਦਨ ਨੇ, ਜਿਤਨੇ ਵੀ ਇਹ ਮੁੱਖ ਨੇ, ਦੇਖੋ ਅਰਬੀ ਦਾ ਲਫ਼ਜ਼ ਹੈ ਬਦਨ, ਭਾਵ ਦੇਹ, ਸਰੀਰ, ਆਪਾਂ ਪੰਜਾਬੀ 'ਚ ਵਰਤ ਲੈਂਦੇ ਹਾਂ। ਇਹ ਜ਼ਿਆਦਾ ਪਰਸ਼ੀਅਨ ਵਾਲੇ, ਅਰਬੀ ਫਾਰਸੀ ਵਾਲੇ ਵਰਤਦੇ ਨੇ, ਉਹਨਾਂ ਦੀ ਭਾਸ਼ਾ ਦਾ ਇਹ ਲਫ਼ਜ਼ ਹੈ। ਮੁੱਖ ਨੂੰ ਵੀ ਕਹਿ ਦਿੰਦੇ ਨੇ। ਸੰਸਕ੍ਰਿਤ ਦਾ ਲਫ਼ਜ਼ ਹੈ ਵਦਨ, ਪਰਸ਼ੀਅਨ ਦਾ ਲਫ਼ਜ਼ ਹੈ ਬਦਨ। ਬਦਨ ਕਹਿੰਦੇ ਨੇ ਸਰੀਰ ਨੂੰ, ਵਦਨ ਕਹਿੰਦੇ ਨੇ ਮੂੰਹ ਨੂੰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਜਿਤਨੀ ਵੀ ਮਨੁੱਖਤਾ ਪੈਦਾ ਕੀਤੀ ਹੈ, ਜਿਤਨੇ ਵੀ ਬਦਨ ਨੇ, ਮਹਾਰਾਜ ਪਾਤਸ਼ਾਹ ਅਕਾਲ ਪੁਰਖ ਜੀ ਸਭ ਧਾਰੈ, ਸਾਰੇ ਤੇਰੇ ਹੀ ਧਾਰੇ ਹੋਏ ਨੇ, ਤੇਰੇ ਆਸਰੇ ਨੇ। ਇਹ ਜ਼ੁਬਾਨ ਹਿੱਲ ਨਹੀਂ ਸਕਦੀ, ਇਹ ਬਦਨ ਚੱਲ ਨਹੀਂ ਸਕਦਾ, ਇਹ ਗਲੂਆ ਬੋਲ ਨਹੀਂ ਸਕਦਾ ਜੇ ਤੇਰੀ ਜੋਤ ਨਾ ਹੋਵੇ ਤੇ। ਜਬ ਲਗ ਤੇਲ ਦਿਵੈ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਕਹਿੰਦੇ ਇਹ ਸਰੀਰ ਦੀਵਾ ਹੈ ਤੇ ਜ਼ੁਬਾਨ ਬੱਤੀ ਹੈ, ਤੇ ਦੀਵਾ ਉਨਾ ਚਿਰ ਹੀ ਬਲੇਗਾ ਜਿੰਨਾ ਚਿਰ ਇਹਦੇ ਵਿੱਚ ਤੇਲ ਹੈ, ਸਰੀਰ ਵਿੱਚ ਸਵਾਸਾਂ ਦਾ ਤੇਲ ਹੈ। ਜਿਸ ਦਿਨ ਤੇਲ ਮੁੱਕ ਗਿਆ, ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਇਹ ਮੰਦਰ ਸੁੰਨਾ ਪੈ ਜਾਣਾ ਹੈ, ਬੱਤੀ ਬੁਝ ਜਾਣੀ ਹੈ ਜਦੋਂ ਸਵਾਸ ਨਾ ਰਹੇ, ਫਿਰ ਜ਼ੁਬਾਨ ਨਹੀਂ ਚੱਲੇਗੀ ਤੇਰੀ। ਤੇ ਦੀਵੇ ਨਾਲ ਕੀ ਕੀਤਾ ਜਾਂਦਾ ਜਦੋਂ ਤੇਲ ਮੁੱਕ ਜਾਂਦਾ, ਜਦੋਂ ਦੀਵਾਲੀ ਲੰਘ ਜਾਂਦੀ, ਲੋਕ ਕੰਧੋਂ ਬਾਹਰ ਸੁੱਟਦੇ ਨੇ। ਇੱਦਾਂ ਮੜੀਆਂ 'ਚ ਤੈਨੂੰ ਆਪਣੇ ਸੁੱਟ ਕੇ ਆਉਣਗੇ ਹੱਥੀਂ। ਤੇਰੀ ਔਕਾਤ, ਤੇਰੀ ਹਸਤੀ ਓਨਾ ਸਮਾਂ, ਜਿੰਨਾ ਸਮਾਂ ਤੇਰੇ 'ਚ ਅਕਾਲ ਪੁਰਖ ਦੇ ਬਖਸ਼ੇ ਸਵਾਸ ਨੇ। ਤਾਂ ਬਾਣੀ ਯਾਦ ਕਰਵਾਉਂਦੀ ਹੈ, ਤੂੰ ਮਿੱਟੀ ਹੈ। ਇਸ ਤੋਂ ਪਹਿਲਾਂ ਕਿ ਮਿੱਟੀ 'ਚ ਮਿਲ ਜਾਵੇਂ, ਜਿਸ ਦੀ ਕਿਰਪਾ ਸਦਕਾ ਇਹ ਆਨੰਦ ਲੈ ਰਿਹਾ ਹੈ ਜੀਵਨ ਵਿੱਚ, ਉਹਨੂੰ ਯਾਦ ਕਰਿਆ ਕਰ, ਉਹਦੇ ਗੀਤ ਗਾਇਆ ਕਰ। ਮਹਾਰਾਜ ਕਹਿੰਦੇ, ਜਿਤਨੇ ਵੀ ਬਦਨ ਨੇ, ਜੋ ਤੇਰੇ ਧਾਰੇ ਹੋਏ ਨੇ, ਜੋ ਤੇਰੇ ਆਸਰੇ ਨੇ, ਆਪ ਆਪਣੀ ਬੂਝ ਉਚਾਰੈ। ਇੱਥੇ ਲਫ਼ਜ਼ ਹੈ ਬੂਝ।
ਬੋਧ ਨੂੰ ਕਹਿੰਦੇ ਨੇ, ਸਮਝ ਨੂੰ, ਸਿਆਣਪ ਨੂੰ, ਗਿਆਨ ਨੂੰ। ਉਚਾਰੇ ਦਾ ਮਤਲਬ ਵਡਿਆਈ ਕਰਨੀ। ਪਹਿਲਾ ਪੱਖ ਤੇ ਇਹ ਹੈ ਵੀ ਪਰਮਾਤਮਾ ਜਿੰਨੀ ਕੁ ਤੂੰ ਉਹਨਾਂ ਨੂੰ ਸੋਝੀ ਦਿੱਤੀ ਹੈ, ਜੀਵ ਜੰਤੂਆਂ ਨੂੰ, ਉਸ ਸੋਝੀ ਦੇ ਅਨੁਸਾਰ ਹੀ ਤੇਰੇ ਉਹ ਗੁਣ ਗਾਉਂਦੇ ਨੇ। ਜੀ ਜੰਤ ਸਰਬੱਤ ਨਾਉ ਤੇਰਾ, ਧਿਆਵਣਾ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੇਰਾ ਹੀ ਨਾਮ ਤੇ ਆਉਂਦੇ ਨੇ। All the creatures meditates on your name। ਐ ਖੁਦਾਇਆ ਤੇਰਾ ਨਾਮ ਸਾਰੇ ਹੀ ਜਪਦੇ ਨੇ, ਸਭ ਜੀਵ ਜੰਤੂ ਜਪਦੇ ਨੇ, ਚਾਹੇ ਮਨੁੱਖ ਨੇ ਚਾਹੇ ਹੋਰ ਜੋਨੀਆਂ ਨੇ। ਕਿਉਂ? ਕਹਿੰਦੇ ਤੇਰਾ ਦਿੱਤਾ ਜੂ ਖਾਂਦੇ ਨੇ। ਸੋ ਮਹਾਰਾਜ ਕਹਿੰਦੇ ਜਿੰਨੀ ਕੁ ਤੂੰ ਸੋਝੀ ਦਿੰਦਾ ਹੈ, ਓਨੀ ਕੁ ਸਮਝ ਜੋ ਤੂੰ ਉਹਨਾਂ ਨੂੰ ਬਖਸ਼ੀ, ਉਹਦੇ ਅਕੋਰਡਿੰਗ, ਉਹਦੇ ਅਨੁਸਾਰ ਤੇਰੇ ਗੀਤ ਗਾਉਂਦੇ ਨੇ। ਕਿਸੇ ਨੂੰ ਤੂੰ ਨੇੜੇ ਲੱਗਦਾ ਹੈ, ਕਿਸੇ ਨੂੰ ਤੂੰ ਦੂਰ ਲੱਗਦਾ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਕੋਈ ਨੇੜੇ ਸਮਝ ਕੇ ਗਾ ਰਿਹਾ ਹੈ, ਕੋਈ ਦੂਰ ਸਮਝ ਕੇ ਗਾ ਰਿਹਾ ਹੈ। ਸੋ ਤੇਰੀ ਬਖਸ਼ੀ ਸੋਝੀ ਅਨੁਸਾਰ ਤੇਰੇ ਗੀਤ ਗਾਏ ਜਾ ਰਹੇ ਨੇ। ਪਰ ਤੁਸੀਂ ਇਹ ਵੀ ਵੇਖਿਓ, ਜਿਸ ਨੂੰ ਜਿੰਨੀ ਸੋਝੀ ਹੈ ਉਹ ਦਾਵਾ ਕਰਦਾ ਹੈ ਵੀ ਬਸ ਮੈਂ ਹੀ ਠੀਕ ਆ। ਇਹ ਪਤਾ ਨਹੀਂ ਕੈਸੀ ਖੇਡ ਹੈ, ਕੈਸਾ ਅਚੰਭਾ ਹੈ। ਜਿੰਨੀਆਂ ਵੀ ਮੂਰਤਾਂ ਘੜਦਾ ਉਹ, ਜਿੰਨੇ ਵੀ ਜੀਵ ਜੰਤੂ ਪੈਦਾ ਕਰਦਾ ਉਹ, ਜਿੰਨੇ ਵੀ ਇਨਸਾਨ ਘੜਦਾ ਉਹ, ਕਈ ਵਾਰ ਤੇ ਇਉਂ ਲੱਗਦਾ ਵੀ ਕੰਨ 'ਚ ਫੂਕ ਮਾਰ ਕੇ ਘੱਲਦਾ ਹੈ ਵੀ ਯਾਦ ਰੱਖੀ ਤੇਰੇ ਵਰਗਾ ਮੈਂ ਦੂਜਾ ਨਹੀਂ ਘੱਲਿਆ ਦੁਨੀਆ ਤੇ। ਉਹ ਇਸੇ ਮਾਣ ਵਿੱਚ ਹੀ ਬੰਦਾ ਕਹਿੰਦਾ ਵੀ ਜੋ ਮੈਂ ਕਿਹਾ ਉਹ ਪੱਥਰ ਤੇ ਲਕੀਰ, ਬਾਕੀ ਦੁਨੀਆ ਕੁਫਰ ਬੋਲਦੀ ਹੈ। ਆਪਣੇ ਗਿਆਨ ਨੂੰ ਹੀ ਅੱਗੇ ਰੱਖੇਗਾ, ਦੁਨੀਆ ਨੂੰ ਮੂਰਖ ਸਮਝੇਗਾ। ਸੋ ਮਹਾਰਾਜ ਕਹਿੰਦੇ ਸਭ ਕੁਝ ਸੋਝੀ ਦੇ ਅਨੁਸਾਰ ਹੈ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਕੋਈ ਘੱਟ ਨਹੀਂ ਅਖਵਾਉਂਦਾ, ਸਭ ਆਪਣੇ ਆਪ ਨੂੰ ਦੂਸਰੇ ਤੋਂ ਮੂਹਰੇ ਰੱਖਦੇ ਨੇ, ਅੱਗੇ ਰੱਖਦੇ ਨੇ। ਸੋ ਯਾਦ ਰੱਖਿਓ, ਇਹ ਜੋ ਵੀ ਤੇਰੇ ਗੀਤ ਗਾ ਰਹੇ ਨੇ, ਜਿੰਨੇ ਵੀ ਤੇਰੇ ਗੁਣ ਗਾ ਰਹੇ ਨੇ, ਕਰਨ ਨਾਮ ਤੇਰੇ ਉਚਾਰ ਰਹੇ ਨੇ, ਐ ਅਕਾਲ ਪੁਰਖ ਇਹ ਤੇਰੀ ਬਖਸ਼ੀ ਮਤ ਸੋਝੀ ਅਨੁਸਾਰ ਹੈ। ਓਨਾ ਹੀ ਗਾ ਪਾਉਣਗੇ ਜਿੰਨੀ ਕੁ ਤੂੰ ਇਹਨਾਂ ਨੂੰ ਬੁੱਧੀ ਬਖਸ਼ੀ ਹੈ, ਸੋਝੀ ਬਖਸ਼ੀ ਹੈ। ਹੁਣ ਰਚਨਾ ਉਹਦੀ ਹੈ, ਹਰ ਜ਼ਰੇ 'ਚ ਵਸਦਾ ਹੈ, ਪਰ ਉਪਰਾਮ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਗੇ ਸਮਝਾਉਂਦੇ ਨੇ, ਤੁਮ ਸਭ ਹੀ ਤੇ ਰਹਿਤ ਨਿਰਾਲਮ। ਸਾਰਿਆਂ ਤੋਂ ਬੇਲਾਗ ਹੈ ਤੂੰ, ਨਿਰਾਲਮ। ਆਲਮ ਕਹਿੰਦੇ ਨੇ ਸੰਸਾਰ ਨੂੰ, ਨਿਰ ਆਲਮ ਜੋ ਆਲਮ ਤੋਂ, ਸੰਸਾਰ ਤੋਂ ਅਲੱਗ ਹੈ, ਦੁਨੀਆ ਤੋਂ ਜਿਹੜਾ ਕਿਨਾਰੇ ਹੈ। ਹੁਣ ਧਿਆਨ ਦਿਓ ਇਸ ਗੱਲ ਵੱਲ। ਤੁਸੀਂ ਪਰਮਾਤਮਾ ਲੋਕਾਈ ਬਣਾਈ ਹੈ, ਖੰਡ ਬ੍ਰਹਿਮੰਡ ਸਾਜੇ ਨੇ, ਔਰ ਇਹ ਚੇਤਨ ਨੇ। ਉਹਦਾ ਕਾਰਨ ਹੈ ਤੁਹਾਡੀ ਸਾਰਿਆਂ 'ਚ ਜੋਤ ਹੈ। ਕੁਝ ਚੰਗੇ ਕਰਮ ਕਰਦੇ ਨੇ, ਕੁਝ ਮੰਦੇ ਕਰਮ ਕਰਦੇ ਨੇ। ਉਹਦੇ ਅਨੁਸਾਰ ਤੂੰ ਉਹਨਾਂ ਨੂੰ ਸਜ਼ਾ ਦਿੰਦਾ ਹੈ, ਫਲ ਦਿੰਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਇਹ ਜੀਵਨ ਤੇਰੀ ਜ਼ਮੀਨ ਹੈ, ਕਰਮ ਤੂੰ ਬੀਜ ਬੀਜਿਆ ਹੈ, ਤੇ ਜਿਹੜੀ ਜ਼ਮੀਨ ਤੇਰੀ ਹੈ, ਬੀਜ ਤੂੰ ਬੀਜਿਆ ਹੈ, ਵੱਢੇਗਾ ਵੀ ਤੂੰ ਹੀ। ਇਹਦਾ ਫਲ ਵੀ ਤੈਨੂੰ ਹੀ ਭੋਗਣਾ ਪੈਣਾ। ਚੰਗਾ ਬੀਜਿਆ ਹੋਇਆ ਖੁਸ਼ੀਆਂ ਨੇ, ਮੰਦਾ ਬੀਜਿਆ ਹੋਇਆ ਤੇ ਦੁੱਖ ਨੇ। ਜ਼ਮੀਨ ਤੇਰੀ, ਖੇਤੀ ਤੇਰੀ, ਬੀਜ ਤੂੰ ਬੀਜੇ ਤੇ ਆਖੇ ਕੋਈ ਗੈਰ ਵੱਢ ਕੇ ਲੈ ਜਾਵੇ, ਇਹ ਨਹੀਂ ਹੋਵੇਗਾ। ਸੋ ਮਹਾਰਾਜ ਕਹਿੰਦੇ ਨੇ ਜੋ ਕਰਮ ਕਰਦਾ ਹੈ ਉਹ ਭਰਦਾ ਹੈ। ਇਹ ਨਾ ਸਮਝੋ ਵੀ ਕਾਲ ਪੁਰਖ ਦੀ ਸਾਰਿਆਂ 'ਚ ਜੋਤ ਹੈ, ਉਹਦੇ ਬਖਸ਼ੇ ਸਵਾਸ ਨੇ, ਤੇ ਸ਼ਾਇਦ ਉਹ ਤੁਹਾਡੇ ਨਾਲ ਜੁੜਿਆ ਹੈ, ਜੋ ਤੁਸੀਂ ਕਰਮ ਕਰੋਗੇ ਉਹ ਭੋਗੇਗਾ। ਨਹੀਂ, ਉਹ ਉਪਰਾਮ ਬੈਠਾ ਹੋਇਆ ਹੈ, ਉਹਨੂੰ ਤੁਹਾਡੇ ਕੀਤੇ ਕਰਮਾਂ ਦਾ ਕੋਈ ਨਫਾ ਨੁਕਸਾਨ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਇਹ ਸਮਝਾਉਣਾ ਚਾਹੁੰਦੇ ਨੇ। ਇੱਕ ਤੁਹਾਨੂੰ ਦ੍ਰਿਸ਼ਟਾਂਤ ਦਿੰਨਾ ਹੈ। ਸੂਰਜ ਹੈ, ਸੂਰਜ ਚੜ੍ਹਿਆ, ਉਸ ਦੀਆਂ ਕਿਰਨਾਂ ਦੁਨੀਆ ਦੇ ਉੱਤੇ ਪੈਂਦੀਆਂ ਨੇ, ਹਰ ਜ਼ਰੇ ਨੂੰ ਛੂੰਹਦੀਆਂ ਨੇ।
ਇੱਕ ਬਗੀਚਾ ਹੈ, ਉੱਥੇ ਗੁਲਾਬ ਦਾ ਫੁੱਲ ਖਿੜਿਆ। ਉਹ ਖੁਸ਼ਬੂਦਾਰ ਫੁੱਲ ਨੂੰ ਕਿਰਨਾਂ ਨੇ ਛੂਹ ਲਿਆ। ਇੱਕ ਗੰਦਗੀ ਦਾ ਢੇਰ ਹੈ, ਰੂੜੀ ਪਈ ਹੈ। ਰੂੜੀ ਤੇ ਵੀ, ਉਹ ਗੰਦਗੀ ਦੇ ਢੇਰ ਤੇ ਵੀ ਸੂਰਜ ਦੀਆਂ ਕਿਰਨਾਂ ਪਈਆਂ, ਸਪਰਸ਼ ਹੋਇਆ। ਪਰ ਇਸ ਗੱਲ ਦਾ ਖਿਆਲ ਰੱਖਿਓ, ਸੂਰਜ ਤੇ ਇਹਦਾ ਕੋਈ ਅਸਰ ਨਹੀਂ ਹੈ। ਚਾਹੇ ਉਹ ਗੰਦਗੀ ਦਾ ਢੇਰ ਹੈ, ਚਾਹੇ ਉਹ ਗੁਲਾਬ ਦਾ ਫੁੱਲ ਹੈ, ਕਿਰਨਾਂ ਰਾਹੀਂ ਸੂਰਜ ਸਭ ਨੂੰ ਹੀ ਸਪਰਸ਼ ਕਰ ਰਿਹਾ ਹੈ, ਆਪਣੀ ਹਾਜ਼ਰੀ ਹਰ ਜ਼ਰੇ ਨਾਲ ਲਵਾ ਰਿਹਾ ਹੈ। ਪਰ ਇਹ ਕਰਕੇ ਵੀ ਉਹ ਅਲੱਗ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਉਪਰਾਮ ਰਹਿੰਦਾ ਹੈ। ਚਾਹੇ ਪਰਮਾਤਮਾ ਦੀ ਚੇਤਨ ਸੱਤਾ ਸਾਰਿਆਂ ਦੇ ਵਿੱਚ ਹੈ, ਇਹ ਚੇਤਨ ਰੂਪੀ ਕਿਰਨਾਂ ਸਾਰਿਆਂ ਨੂੰ ਛੂੰਹਦੀਆਂ ਨੇ, ਪਰ ਉਹ ਸੂਰਜ ਵਾਂਗੂ ਵੱਖ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ। ਤੁਹਾਡੇ ਕਰਮਾਂ ਦਾ, ਚੰਗੇ ਨੇ ਮੰਦੇ ਨੇ, ਉਹਦੇ ਤੇ ਕੋਈ ਅਸਰ ਨਹੀਂ ਹੈ। ਸੁਖ ਦੁੱਖ ਰਹਿਤ ਸਦਾ ਨਿਰਲੇਪੀ, ਜਾਂ ਕੋ ਕਹਿਤ ਗੁਸਾਈ। ਸੁੱਖ ਦੁੱਖ ਤੋਂ ਨਿਰਲੇਪ ਹੈ, ਉਪਰਾਮ ਹੈ। ਜਿਵੇਂ ਕਮਲ ਦਾ ਫੁੱਲ ਖਿੜਦਾ ਛੱਪੜ ਵਿੱਚ ਹੈ, ਪਰ ਪੰਖੜੀਆਂ ਉਪਰਾਮ ਹੁੰਦੀਆਂ, ਉੱਪਰ ਹੁੰਦੀਆਂ, ਉਹਦੀਆਂ ਜੜ ਉਹਦੀ ਛੱਪੜ ਵਿੱਚ ਹੁੰਦੀ ਹੈ। ਇਉਂ ਹੀ ਪਰਮਾਤਮਾ ਦੀ ਜੜ, ਉਹਦੀ ਜੋਤ ਹਰ ਜ਼ਰੇ ਵਿੱਚ ਹੈ, ਆਪ ਉਹ ਉਪਰਾਮ ਰਹਿੰਦਾ ਹੈ। ਮਹਾਰਾਜ ਕਹਿੰਦੇ, ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਹੁਣ ਤੁਸੀਂ ਸ਼ੀਸ਼ਾ ਦੇਖਦੇ ਹੋ, ਤੁਹਾਡੀ ਇਮੇਜ ਸ਼ੀਸ਼ੇ ਦੇ ਵਿੱਚ ਨਜ਼ਰ ਹੀ ਆ ਜਾਵੇਗੀ, ਅਕਸ ਨਜ਼ਰ ਹੀ ਆਵੇਗਾ, ਪਰ ਤੁਸੀਂ ਸ਼ੀਸ਼ੇ ਵਿੱਚ ਨਹੀਂ ਹੋ, ਹੁੰਦਿਆਂ ਹੋਇਆਂ ਵੀ ਨਹੀਂ ਹੋ। ਇਉਂ ਹਰ ਜ਼ਰੇ ਦੇ ਵਿੱਚ ਹੈ, ਔਰ ਇਉਂ ਸਮਝ ਲਓ ਉਹ ਕਰਮਗਤ ਤੋਂ ਬਾਹਰ ਹੈ। ਸੋ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ, ਤੂੰ ਨਿਰਲੇਪ ਹੈ, ਅਸੰਗ ਹੈ, ਜਾਨਤ ਬੇਦ ਭੇਦ ਅਰ ਆਲਮ। ਐ ਦੀਨ ਦੁਨੀਆ ਦੇ ਮਾਲਕ, ਇਸ ਭੇਦ ਨੂੰ, ਇਸ ਰਹੱਸ ਨੂੰ, ਜਿਹੜੇ ਬੜੇ ਬੜੇ ਧਾਰਮਿਕ ਗ੍ਰੰਥ ਨੇ ਨਾ, ਜਿਵੇਂ ਵੇਦ ਨੇ, ਵੇਦ ਦਾ ਭਾਵ ਹੈ ਗਿਆਨ, ਇਲਮ। ਮੁੱਖ ਤੌਰ ਤੇ ਸਨਾਤਨ ਮਤ ਤੇ ਹਿੰਦੂ ਮਤ ਦੇ 4 ਮਹਾਨ ਗ੍ਰੰਥ, ਰਿਗ, ਜਜੁਰ, ਸਾਮ ਅਤੇ ਅਥਰਵ। ਕਹਿੰਦੇ ਜਿਹੜੇ ਵੇਦ ਨੇ ਨਾ, ਉਹ ਇਸ ਭੇਦ ਨੂੰ, ਰਾਜ ਨੂੰ, ਗੁੱਝੀਆਂ ਬਾਤਾਂ ਨੂੰ ਜਾਣਦੇ ਨੇ। ਤੇ ਜਾਂ ਜਿਹੜੇ ਆਲਮ ਨੇ, ਆਲਮ, ਆਲਮ ਲਫ਼ਜ਼ ਮਹਾਰਾਜ ਨੇ ਅਰਬੀ ਦਾ ਵਰਤਿਆ ਹੈ। ਆਲਮ ਦਾ ਮਤਲਬ ਹੁੰਦਾ ਗਿਆਨੀ, ਇਲਮ ਰੱਖਣ ਵਾਲਾ, ਗਿਆਨਵਾਨ, ਸੂਝਵਾਨ, ਚਤੁਰਬਖਤਾ। ਜਾਂ ਧਾਰਮਿਕ ਗ੍ਰੰਥ ਇਸ ਭੇਦ ਨੂੰ ਸਮਝਦੇ ਨੇ, ਜਾਂ ਉਹਨਾਂ ਧਾਰਮਿਕ ਗ੍ਰੰਥਾਂ ਦੇ ਗਿਆਤਾ, ਬੜੇ ਬੜੇ ਵਿਦਵਾਨ ਪੁਰਸ਼ ਇਸ ਭੇਦ ਨੂੰ ਸਮਝਦੇ ਨੇ। ਆਲਮ, ਫਾਜ਼ਲ, ਵਿਦਵਾਨ ਪੁਰਸ਼ ਇੱਕ ਗੱਲ ਜਾਣਦੇ ਨੇ, ਸਭ ਕੈ ਮੱਧ ਅਲਿਪਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਉਹ ਜਾਣਦੇ ਨੇ ਕਰਦਾ ਤੂੰ ਹੈ, ਹੁਕਮ ਤੇਰੇ 'ਚ ਸ੍ਰਿਸ਼ਟੀ ਚੱਲਦੀ ਹੈ, ਜੋਤ ਤੇਰੀ ਸਭਨਾ 'ਚ ਸਮਾਈ ਹੈ, ਪਰ ਆਪ ਅਲਿਪਤ ਹੈ ਤੂੰ, ਆਪ ਉਪਰਾਮ ਹੈ ਤੂੰ। ਇਹ ਕਿਉਂ ਕਿਹਾ ਮਹਾਰਾਜ ਨੇ ਵੀ ਆਲਮ ਇਹ ਗੱਲ ਨੂੰ ਮੰਨਦੇ ਨੇ, ਗਿਆਨੀ ਮੰਨਦੇ ਨੇ। ਜਿਹੜੇ ਅਧਿਆਤਮਿਕ ਤੌਰ ਤੇ ਬੜੀ ਉੱਚੀ ਉਡਾਰੀ ਲਾਉਣ, ਉਹ ਇਸ ਭੇਦ ਨੂੰ ਜਾਣਦੇ ਨੇ। ਆਮ ਸੰਸਾਰੀ ਲੋਕ ਤੇ ਮੁਨਕਰ ਹੋ ਜਾਂਦੇ ਨੇ, ਉਹ ਕਹਿੰਦੇ ਰੱਬ ਤੇ ਹੈ ਹੀ ਨਹੀਂ ਹੈ। ਆਲਮਾਂ, ਫਾਜ਼ਲਾਂ, ਗਿਆਨੀਆਂ ਸਮਝਿਆ ਰੱਬ ਹੈ। ਜਿਵੇਂ ਹਰ ਫੁੱਲ ਵਿੱਚ ਖੁਸ਼ਬੋਈ ਹੈ, ਜੇ ਉਹਨੂੰ ਤੋੜਨਾ ਚਾਹੋ ਵੀ ਖੁਸ਼ਬੋਈ ਹਾਸਲ ਕਰ ਲਈਏ, ਕੁਝ ਹੱਥ ਨਹੀਂ ਆਉਂਦਾ। ਪਰ ਜਦੋਂ ਉਹਦੀ ਸੁਗੰਧ ਮਾਣਦੇ ਹਾਂ ਤੇ ਇਹ ਗਰੰਟੀ ਹੈ ਵੀ ਖੁਸ਼ਬੋਈ ਉਹਦੇ ਅੰਦਰ ਸਮਾਈ ਹੈ। ਇਉਂ ਖੁਦਾਇਆ ਹਰ ਜ਼ਰੇ ਵਿੱਚ ਹੈ ਅਗੋਚਰ, ਹੱਥ ਨਹੀਂ ਆਉਂਦਾ। ਉਹ ਦੀਨ ਦੁਨੀਆ ਦੇ ਮਾਲਕ ਕਹਿੰਦੇ, ਆਲਮਾਂ, ਫਾਜ਼ਲਾਂ, ਧਾਰਮਿਕ ਗ੍ਰੰਥਾਂ ਨੇ ਇਹ ਸਮਝਿਆ ਉਹ ਹੈ ਨਿਰਾਲਮ, ਸਮਾਇਆ ਹਰ ਜ਼ਰੇ ਦੇ ਵਿੱਚ। ਅੱਗੇ ਹੁਕਮ ਕਰਦੇ ਨੇ, ਨਿਰੰਕਾਰ, ਨਿਰਬੇਕਾਰ, ਨਿਰਲੰਭ। ਐ ਅਕਾਲ ਪੁਰਖ, ਤੇਰਾ ਜਿਹੜਾ ਮਹਾਨ ਨਾਮਣਾ ਹੈ ਨਾ, ਉਹਦੇ ਚੋਂ ਇਹ ਨਾਮ ਬੜਾ ਪ੍ਰਚਲਿਤ ਹੈ, ਤੂੰ ਨਿਰਆਕਾਰ ਹੈ। ਆਕਾਰ ਨਹੀਂ ਹੈ ਤੇਰਾ ਕੋਈ,
ਜਿੱਥੇ ਤੂੰ ਜੋਤ ਸਰੂਪ ਹੈ, ਮਾਇਕੀ ਆਕਾਰਾਂ ਤੋਂ ਰਹਿਤ ਹੈ। ਅੱਗੇ ਹੈ ਨਿਰਵਿਕਾਰ। ਵਿਕਾਰ ਕਹਿੰਦੇ ਨੇ ਐਬਾਂ ਨੂੰ, ਔਗਣਾਂ ਨੂੰ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਸ਼ੇ ਵਿਕਾਰ, ਕਾਮ ਵਾਸ਼ਨਾ। ਐ ਅਕਾਲ ਪੁਰਖ ਤੂੰ ਨਿਰਵਿਕਾਰ ਹੈ, ਤੇਰੇ 'ਚ ਕੋਈ ਵਿਕਾਰ ਨਹੀਂ ਹੈ, ਤੂੰ ਇੱਕ ਰਸ ਹੈ, ਤੂੰ ਬਦਲਦਾ ਨਹੀਂ ਹੈ। ਤੀਸਰਾ ਲਫ਼ਜ਼ ਵਰਤਿਆ ਹੈ ਨਿਰਲੰਬ। ਇਹਨੂੰ ਕਹਿੰਦੇ ਨੇ ਨਿਰਾਲੰਬ। ਆਲੰਬ ਹੁੰਦਾ ਹੈ ਆਸਰਾ, ਜੋ ਨਿਰਆਲੰਬ ਹੈ, ਜਿਹਨੂੰ ਕਿਸੇ ਦਾ ਆਸਰਾ ਨਹੀਂ। ਸਾਨੂੰ ਕਿਸੇ ਨੂੰ ਭਰਾਵਾਂ ਦਾ ਆਸਰਾ ਹੈ, ਮਾਈ ਬਾਪ ਦਾ ਆਸਰਾ ਹੈ, ਕਿਸੇ ਨੂੰ ਬੱਚਿਆਂ ਦਾ ਆਸਰਾ ਹੈ, ਕੋਈ ਨਾ ਕੋਈ ਆਸਰਾ ਚੁੱਕੀ ਫਿਰਦੇ ਹਾਂ ਅਸੀਂ। ਪਰਮਾਤਮਾ ਨੂੰ ਕਿਸੇ ਦਾ ਆਸਰਾ ਨਹੀਂ, ਉਹ ਸਾਰਿਆਂ ਦਾ ਆਸਰਾ ਹੈ, ਉਹ ਨਿਰਲੰਬ ਹੈ। ਇਹ ਤੁਹਾਡੇ ਪਰਮਾਤਮਾ ਜੀ ਮਹਾਨ ਗੁਣ ਨੇ। ਹੁਣ ਵਿਕਾਰ ਉਹਦੇ ਵਿੱਚ ਕਿਉਂ ਨਹੀਂ? ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਉਂ ਨਹੀਂ ਉਹਦੇ ਵਿੱਚ? ਵੇਖੋ, ਆਕਾਰ ਤੇ ਵਿਕਾਰ ਦਾ ਗੂੜਾ ਸੰਬੰਧ ਹੈ। ਜਦੋਂ ਆਕਾਰ ਹੋਵੇਗਾ, ਸਰੀਰ ਹੋਵੇਗਾ, ਉੱਥੇ ਵਿਕਾਰ ਪੈਦਾ ਹੋਣ ਦੀ ਸੰਭਾਵਨਾ ਹੈ। ਸਰੀਰ ਦੀ ਪਰਵਰਿਸ਼ ਲਈ ਮਾਇਆ ਚਾਹੀਦੀ ਹੈ, ਉੱਥੇ ਮੋਹ ਪੈਦਾ ਹੋ ਜਾਂਦਾ, ਲੋਭ ਪੈਦਾ ਹੋ ਜਾਂਦਾ ਹੈ, ਸਰੀਰ ਵਿੱਚ ਕਾਮ ਵਾਸ਼ਨਾ ਪੈਦਾ ਹੋ ਜਾਂਦੀ ਹੈ। ਸੋ ਇਹ ਸਰੀਰ ਵਿਕਾਰਾਂ ਦਾ ਭਰਿਆ ਹੈ, ਤੇ ਜਿਹਦਾ ਸਰੀਰ ਹੀ ਨਹੀਂ, ਉਹਦੇ ਵਿੱਚ ਵਿਕਾਰ ਭਲਾ ਕਿੱਥੋਂ ਹੋਣਗੇ? ਸੋ ਅੱਗੇ ਮਹਾਰਾਜ ਆਖਣ ਲੱਗੇ, ਆਦ ਅਨੀਲ ਅਨਾਦ ਅਸੰਭ। ਅਕਾਲ ਪੁਰਖ ਤੂੰ ਸਾਰਿਆਂ ਦਾ ਆਦ ਹੈ, ਤੂੰ ਸਭ ਤੋਂ ਪ੍ਰਥਮ ਹੈ, ਸਾਰਿਆਂ ਦਾ ਤੂੰ ਮੁੱਢ ਹੈ, ਸਾਰਿਆਂ ਦਾ ਮੂਲ ਕਾਰਨ ਹੈ, ਤੂੰ ਸਾਰਿਆਂ ਤੋਂ ਪਹਿਲਾਂ ਹੈ। ਅਨੀਲ ਦਾ ਮਤਲਬ ਹੁੰਦਾ ਹੈ, ਦੇਖੋ, ਉੱਜਲ, ਬੜਾ ਚਿੱਟਾ, ਜਿਹਦੇ ਵਿੱਚ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਦਾਗ ਨਹੀਂ ਹੈ। ਅਨੀਲ ਦਾ ਮਤਲਬ ਬੇਅੰਤ ਵੀ ਹੁੰਦਾ ਹੈ, ਜਿਹਦੀ ਗਿਣਤੀ ਨਾ ਕੀਤੀ ਜਾ ਸਕੇ। ਤੇਰੇ ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ। ਅਨਾਦ, ਉਹਦਾ ਮੁੱਢ ਕੋਈ ਨਹੀਂ ਹੈ। ਸਾਡਾ ਸਾਰਿਆਂ ਦਾ ਕੋਈ ਨਾ ਕੋਈ ਮੁੱਢ ਹੈ, ਕੋਈ ਨਾ ਕੋਈ ਡੇਟ ਆਫ ਬਰਥ ਹੈ, ਕੋਈ ਆਗਾਜ਼ ਦੀ ਤਿਥੀ ਹੈ। ਅਕਾਲ ਪੁਰਖ ਦਾ ਕੋਈ ਮੁੱਢ ਨਹੀਂ ਹੈ, ਉਹ ਆਦਿ ਤੋਂ ਰਹਿਤ ਹੈ। ਨਾ ਉਹਦਾ ਉਰਲਾ ਕੰਢਾ ਹੀ ਲੱਭਦਾ ਤੇ ਨਾ ਉਹਦਾ ਕੋਈ ਪਰਲਾ ਕੰਢਾ ਹੀ ਲੱਭੇਗਾ ਤੁਹਾਨੂੰ। ਉਹ ਏਡੀ ਬੁਲੰਦ ਹਸਤੀ ਹੈ। ਕਹਿੰਦੇ ਅਸੰਭ। ਅਸੰਭ ਦਾ ਮਤਲਬ ਹੈ ਸੰਭਵ, ਕਹਿੰਦੇ ਨੇ ਜਿਹਦਾ ਜਨਮ ਹੋ ਸਕੇ। ਅਸੰਭਵ, ਜਿਹਦਾ ਜਨਮ ਹੀ ਨਹੀਂ ਹੁੰਦਾ, ਜੋ ਸੁਰਤੀ ਦੀ ਪਕੜ ਵਿੱਚ ਨਹੀਂ ਆਉਂਦਾ। ਉਹ ਜਿਹੜਾ ਅਕਾਲ ਪੁਰਖ ਹੈ, ਉਹ ਆਦਿ ਹੈ, ਸਾਰਿਆਂ ਤੋਂ ਪ੍ਰਥਮ ਹੈ, ਉਹ ਅਨੀਲ ਹੈ, ਉਹਦੀ ਗਿਣਤੀ ਨਹੀਂ ਹੋ ਸਕਦੀ, ਇੰਨੇ ਗੁਣਾਂ ਦਾ ਮਾਲਕ ਹੈ। ਉਹ ਅਨਾਦ ਹੈ, ਉਹਦਾ ਆਗਾਜ਼, ਉਹਦਾ ਮੁੱਢ ਲੱਭ ਨਹੀਂ ਸਕਿਆ। ਉਹ ਅਸੰਭ ਹੈ, ਅਚਰਜ ਰੂਪ ਹੈ। ਉਹ ਰਚਨਾ ਤੋਂ ਬਾਹਰ ਹੈ, ਰਚਨਾ ਕਰਦਾ ਹੋਇਆ ਵੀ। ਇਹ ਉਹਦੇ ਗੁਣ ਬਿਆਨ ਕੀਤੇ ਨੇ ਕਲਗੀਧਰ ਪਾਤਸ਼ਾਹ ਨੇ। ਤੇ ਮਹਾਰਾਜ ਕਹਿੰਦੇ ਜਿਹਦਾ ਕੋਈ ਆਦਿ ਹੀ ਨਹੀਂ, ਜਿਹਦਾ ਕੋਈ ਅੰਤ ਹੀ ਨਹੀਂ। ਤੇ ਕਈ ਫਿਰ ਦਾਵਾ ਪਏ ਕਰਦੇ ਨੇ ਵੀ ਅਸੀਂ ਅਕਾਲ ਪੁਰਖ ਦਾ ਭੇਦ ਪਾ ਲਿਆ। ਕਹਿੰਦੇ ਇਹ ਮੂਰਖਤਾ ਹੀ ਹੈ, ਹੋਰ ਕੁਝ ਨਹੀਂ। ਤਾਂ ਕਾ ਮੂੜ ਉਚਾਰਤ ਭੇਦਾ। ਕਈ ਮੂੜ ਲੋਕ, ਗਿਆਨ ਦੇ ਨਸ਼ੇ ਵਿੱਚ ਚੂਰ ਲੋਕ, ਮੂਰਖ ਲੋਕ, ਜਿਹੜੇ ਗੁੰਮਰਾਹ ਹੋ ਚੁੱਕੇ ਨੇ, ਜੜ ਨੇ, ਜਿਹੜੇ ਮੂਰਖ ਨੇ, ਬਾਲਕਾਂ ਦੀ ਨਿਆਈ ਨੇ। ਮੂੜ ਲਫ਼ਜ਼ ਉਹਨਾਂ ਲਈ ਆਉਂਦਾ ਹੈ। ਮਹਾਰਾਜ ਕਹਿੰਦੇ ਉਚਾਰਤ, ਉਹ ਕਥਨ ਕਰਦੇ ਨੇ, ਉਹ ਬਿਆਨ ਕਰਦੇ ਨੇ ਭੇਦਾ, ਉਸ ਅਕਾਲ ਪੁਰਖ ਦਾ ਭੇਤ, ਫਰਕ, ਵਖੇਵਾਂ ਬਿਆਨ ਕਰਦੇ ਨੇ। ਅਸੀਂ ਆਖੇ ਉਹਦਾ ਅੰਤ ਪਾ ਲਿਆ। ਕਹਿੰਦੇ ਇਹ ਮੂਰਖਤਾ ਹੈ। ਸਮੁੰਦਰਾਂ ਦਾ ਅੰਤ ਬੁਲਬੁਲੇ ਨਹੀਂ ਪਾ ਸਕਦੇ। ਉਹ ਬੜੀ ਬੁਲੰਦ ਹਸਤੀ ਹੈ। ਥੋੜਾ ਜਿਹਾ ਗਿਆਨ ਹਾਸਲ ਹੋ ਗਿਆ, ਅਹੰਕਾਰ ਵਿੱਚ ਦਾਵਾ ਕਰ ਦਿੱਤਾ ਜੀ ਮੈਂ ਪਰਮਾਤਮਾ ਦਾ ਭੇਦ ਪਾ ਲਿਆ, ਬਿਆਨਬਾਜ਼ੀ ਕੀਤੀ ਮੈਂ ਪਰਮਾਤਮਾ ਦਾ ਅੰਤ ਪਾ ਲਿਆ, ਉਸ ਦੀ ਤਾਕਤ ਨੂੰ, ਉਸ ਦੀ ਗਤ ਨੂੰ ਜਾਣ ਲਿਆ। ਕਹਿੰਦੇ ਇਹ ਮੂਰਖਤਾ ਹੀ ਹੈ ਜੋ ਜਗ ਜ਼ਾਹਰ ਕਰ ਰਹੇ ਨੇ। ਇਹ ਦਾਅਵੇ ਸਭ ਫੋਕੇ ਨੇ।
ਕਹਿੰਦੇ ਤੁਸੀਂ ਉਹਦਾ ਭੇਦ ਕੀ ਪਾਉਣਾ ਹੈ, ਅੰਤ ਕੀ ਪਾਉਣਾ ਹੈ। ਜਾਂ ਕੋ ਭੇਵ ਨਾ ਪਾਵਤ ਬੇਦਾ। ਹੁਣ ਇੱਥੇ ਸਮਝਿਓ, ਭੇਦ ਰਾਜ ਨੂੰ ਕਿਹਾ, ਭੇਤ ਨੂੰ ਕਿਹਾ ਹੈ, ਗਤ ਨੂੰ ਕਿਹਾ ਹੈ। ਵੇਦ ਬੜੇ ਬੜੇ ਧਾਰਮਿਕ ਗ੍ਰੰਥ, ਸਨਾਤਨ ਮਤ ਦੇ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੇ ਵੀ ਇੱਕ ਗੱਲ ਕਹੀ ਹੈ, ਕਹਿੰਦੇ ਮਹਿਮਾ ਨਾ ਜਾਣੈ ਵੇਦ, ਬ੍ਰਹਮੈ ਨਹੀਂ ਜਾਣੈ ਭੇਦ। ਵੇਦ ਵੀ ਧਾਰਮਿਕ ਗ੍ਰੰਥ ਵੀ ਉਹਦੀ ਮਹਿਮਾ ਦਾ ਅੰਤ ਨਹੀਂ ਪਾ ਸਕੇ, ਭੇਦ ਨਹੀਂ ਪਾ ਸਕੇ। ਹਾਂ, ਵਡਿਆਈ ਜ਼ਰੂਰ ਮਿਲਦੀ ਹੈ ਧਾਰਮਿਕ ਗ੍ਰੰਥਾਂ 'ਚ, ਕੀਰਤੀ ਜ਼ਰੂਰ ਮਿਲਦੀ ਹੈ, ਪਰ ਕਹਿੰਦੇ ਇਉਂ ਹੈ ਜਿਵੇਂ ਕੁੱਜੇ 'ਚ ਸਾਗਰ ਨਹੀਂ ਸਮਾਉਂਦਾ, ਸੁਰਤੀ ਬਿਰਤੀ 'ਚ ਉਹ ਅਗੰਮ ਪਰਮਾਤਮਾ ਸਮਾ ਨਹੀਂ ਸਕਦਾ। ਤੇ ਜਿਹਦਾ ਵੇਦਾਂ ਨੇ ਭੇਦ ਨਹੀਂ ਪਾਇਆ, ਬ੍ਰਹਮਾ ਜੀ ਵਰਗੇ ਮਹਾਂਪੁਰਸ਼ਾਂ ਨੇ ਭੇਦ ਨਹੀਂ ਪਾਇਆ, ਇਹ ਕਹਿ ਦਿੱਤਾ ਵੇਦਾਂ ਨੇ, ਨੇਤ ਨੇਤ ਕਥੰਤ ਵੇਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨੇਤ ਨੇਤ ਕਹਿ ਦਿੱਤਾ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਵੇਦਾਂ ਨੂੰ ਵੀ ਇਹ ਗੱਲ ਕਹਿਣੀ ਪੈ ਗਈ। ਤੇ ਕੋਈ ਇਨਸਾਨ ਦਾਵਾ ਕਰੇ ਵੀ ਮੈਂ ਉਸ ਰੱਬ ਦਾ ਭੇਦ ਪਾ ਲਿਆ, ਇਹ ਮੂਰਖਤਾ ਹੈ, ਇਹ ਮੂੜਤਾ ਹੈ। ਉਹਦੇ ਗੀਤ ਗਾਓ, ਆਨੰਦ ਲਓ, ਜੀਵਨ ਬਤੀਤ ਕਰੋ, ਪਰ ਜੇ ਆਖੋ ਤੁਸੀਂ ਅੰਤ ਪਾ ਸਕਦੇ ਹੋ, ਕਹਿੰਦੇ ਨਹੀਂ, ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਅੰਤ ਨਹੀਂ ਪੈ ਸਕਦਾ। ਅੱਗੇ ਦੀਨ ਦੁਨੀਆ ਦੇ ਮਾਲਕ ਹੁਕਮ ਕਰਦੇ ਨੇ, ਤਾਂ ਕਉ ਕਰ ਪਾਹਨ ਅਨੁਮਾਨਤ। ਪਾਹਨ ਕਹਿੰਦੇ ਨੇ ਪੱਥਰ ਨੂੰ, ਪਾਹਨ ਜੋ ਜੜ ਹੈ, ਚੇਤੰਨਿਆ ਨਹੀਂ, ਜਿਹਦੇ ਵਿੱਚ ਕੋਈ ਜੋਤ ਨਹੀਂ ਹੈ। ਇਹ ਪਹਾੜ ਨੇ, ਇਹ ਪੱਥਰ ਨੇ। ਅਨੁਮਾਨਤ, ਅਨੁਮਾਨ ਲਾਉਣਾ, ਕਿਆਸ ਲਾਉਣੀ, ਅੰਦਾਜ਼ਾ ਲਾਉਣਾ। ਹੁਣ ਮਹਾਰਾਜ ਆਖਣ ਲੱਗੇ, ਕਈਆਂ ਨੇ ਨਾ ਪੱਥਰ ਨੂੰ ਹੀ ਪਰਮਾਤਮਾ ਸਮਝ ਲਿਆ, ਕਈਆਂ ਨੇ ਮੂਰਤਾਂ ਨੂੰ ਪਰਮਾਤਮਾ ਸਮਝ ਲਿਆ, ਠਾਕੁਰ ਸਮਝ ਲਿਆ। ਕਹਿੰਦੇ ਦੇਖੋ, ਅੱਟਾ ਸੱਟਾ ਲਾਇਆ, ਇਹ ਅੰਦਾਜ਼ਾ ਲਾਇਆ, ਪੱਥਰ ਨੂੰ ਪ੍ਰਭੂ ਸਮਝ ਕੇ ਬੈਠ ਗਏ, ਕਈ ਉਹਦੀ ਪੂਜਾ ਵਿੱਚ ਬੈਠ ਗਏ। ਕਹਿੰਦੇ ਪੱਥਰ ਜੜ ਹੈ। ਸਨਾਤਨ ਮਤ ਵਿੱਚ ਪੱਥਰ ਦੀ ਪੂਜਾ ਹੈ, ਤੇ ਮੈਂ ਸਨਾਤਨ ਮਤ ਦੀ ਸਾਖੀ ਨਾਲ ਹੀ ਸਾਬਤ ਕਰ ਦਿੰਦਾ ਵੀ ਪੱਥਰ ਜੜ ਹੈ। ਜੜ ਦੀ ਪੂਜਾ ਨਾਲ ਕੁਝ ਨਹੀਂ ਹੋਵੇਗਾ। ਅਕਾਲ ਪੁਰਖ ਦਾ ਧਿਆਨ ਧਰੋ, ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਜਿਸ ਪਾਹਣ ਕਉ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ। ਕਹਿੰਦੇ ਤੁਸੀਂ ਪੱਥਰ ਨੂੰ ਠਾਕੁਰ ਕਹਿ ਦਿੱਤਾ, ਉਹ ਆਪ ਜੜ ਹੈ, ਤਰ ਨਹੀਂ ਸਕਦਾ ਪਾਣੀ ਦੇ ਵਿੱਚ, ਤੁਹਾਨੂੰ ਸੰਸਾਰ ਸਾਗਰ ਤੋਂ ਕਿੱਦਾਂ ਤਾਰੇਗਾ। ਪਾਹਣ ਨਾਵ ਨਾ ਪਾਰ ਗਿਰਾਮੀ, ਸੰਸਾਰ ਸਾਗਰ ਨੂੰ ਲੰਘਣ ਦੇ ਲਈ ਪੱਥਰ ਦੀ ਬੇੜੀ ਕੰਮ ਨਹੀਂ ਆਵੇਗੀ, ਤੁਸੀਂ ਲੰਘ ਨਹੀਂ ਸਕੋਗੇ। ਭਗਤਾਂ ਨੇ ਇੱਥੋਂ ਤੱਕ ਕਿਹਾ, ਕਹਿੰਦੇ ਪਾਤੀ ਤੋਰੇ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਓ। ਕਹਿੰਦੇ ਫੁੱਲਾਂ ਦੀ ਮਾਲਾ ਤੂੰ ਲਈ, ਪੱਥਰ ਦੀ ਮੂਰਤ ਨੂੰ ਚੜਾ ਦਿੱਤੀ, ਉਹ ਫੁੱਲ ਤੇ ਚੇਤੰਨਿਆ ਨੇ, ਉਹਨਾਂ ਵਿੱਚ ਤੇ ਜਾਨ ਹੈ, ਤੂੰ ਤੋੜ ਲਏ। ਪਰ ਜਿੱਥੇ ਤੂੰ ਚੜਾਏ ਨੇ, ਉਹ ਜਿਹੜਾ ਪੱਥਰ ਸੀ ਉਹ ਜੜ ਸੀ, ਉਹ ਨਿਰਜੀਓ ਹੈ, ਉਹਦੇ ਵਿੱਚ ਆਤਮਾ ਨਹੀਂ ਹੈ। ਸੋ ਇਹ ਠੀਕ ਨਹੀਂ ਹੋਇਆ। ਬਾਣੀ ਦਾ ਫੁਰਮਾਨ ਹੈ, ਭਗਤ ਜੀ ਕਹਿੰਦੇ ਜਦੋਂ ਰਾਮ ਚੰਦਰ ਜੀ ਸੀਤਾ ਜੀ ਦੇ ਹਰਨ ਤੋਂ ਬਾਅਦ ਲੰਕਾ ਤੇ ਹੱਲਾ ਬੋਲਦੇ ਨੇ ਨਾ, ਉਦੋਂ ਪੁਲ ਬਣਾਉਣਾ ਪਿਆ ਸਮੁੰਦਰ ਤੇ ਰਾਮ ਚੰਦਰ ਜੀ ਨੇ ਦੇਖਿਆ ਹੈ ਵੀ ਇਸ ਤਰ੍ਹਾਂ ਤੇ ਮੇਰੀ ਫੌਜ ਡੁੱਬ ਜਾਏਗੀ, ਕੋਈ ਰਸਤਾ ਨਹੀਂ ਹੈ ਲੰਕਾ ਨੂੰ। ਕਹਿੰਦੇ ਉਹਨਾਂ ਪੱਥਰਾਂ ਤੇ ਨਾ ਅਕਾਲ ਪੁਰਖ ਰਮੇ ਹੋਏ ਦਾ ਨਾਮ ਲਿਖ ਕੇ ਤੇ ਪੱਥਰ ਪਾਣੀ ਤੇ ਛੱਡੇ, ਤੇ ਪੱਥਰ ਤਰਨ ਲੱਗ ਪਏ, ਪੁਲ ਬਣ ਗਿਆ। ਤੇ ਹੁਣ ਫਿਰ ਤੁਸੀਂ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ? ਜੇ ਪੱਥਰ ਚੇਤੰਨਿਆ ਹੁੰਦੇ ਤੇ ਰਾਮ ਜੀ ਨੂੰ, ਅਕਾਲ ਪੁਰਖ ਨੂੰ ਧਿਆ ਕੇ ਉਹਦਾ ਨਾਮ ਲਿਖਣਾ ਨਾ ਪੈਂਦਾ, ਪੱਥਰ ਆਪ ਹੀ ਤਰਦੇ ਫਿਰਦੇ।
ਤੇ ਜਿਹੜੇ ਪੱਥਰਾਂ ਨੂੰ ਰਾਮਚੰਦਰ ਜੀ ਨੇ ਆਪ ਤਾਰਿਆ ਹੈ, ਤੇ ਉਹ ਪੱਥਰ ਤੁਹਾਨੂੰ ਕਿੱਥੋਂ ਤਾਰਨਗੇ? ਤੁਸੀਂ ਫਿਰ ਅਕਾਲ ਪੁਰਖ ਨੂੰ ਧਿਆਓ, ਜਿਨ੍ਹਾਂ ਦਾ ਨਾਮ ਰਾਮਚੰਦਰ ਜੀ ਨੇ ਉਚਾਰਿਆ ਹੈ। ਗੁਰੂ ਗ੍ਰੰਥ ਸਾਹਿਬ ਇੱਕ ਗੱਲ ਕਹਿੰਦੇ ਨੇ, ਦੇਵਾ ਪਾਹਨ ਤਾਰੀਅਲੇ। ਇਹਦਾ ਭਾਵ ਕੀ ਹੈ? ਪਰਮਾਤਮਾ ਦਾ ਨਾਮ ਲਿਖ ਕੇ ਪੱਥਰਾਂ ਨੂੰ ਤਾਰਿਆ ਰਾਮਚੰਦਰ ਜੀ ਮਹਾਰਾਜ ਨੇ। ਰਾਮ ਕਹਿਤ ਜਨ ਕਸ ਨਾ ਤਰੇ। ਤੇ ਤੁਸੀਂ ਫਿਰ ਉਸ ਅਕਾਲ ਪੁਰਖ ਰਮੇ ਹੋਏ ਦਾ ਨਾਮ ਜਪੋ, ਤੁਹਾਨੂੰ ਤਾਰੇਗਾ। ਇਹ ਪੱਥਰ ਨੇ ਨਹੀਂ ਤਾਰਨਾ ਤੁਹਾਨੂੰ, ਇਹਨੂੰ ਤੇ ਆਪ ਰਾਮਚੰਦਰ ਜੀ ਨੇ ਤਾਰਿਆ ਸੀ ਸਮੁੰਦਰ ਚੋਂ। ਦੇਖੋ, ਮਹਾਂਪੁਰਸ਼ਾਂ 'ਚ ਤਾਕਤਾਂ ਹੁੰਦੀਆਂ ਨੇ, ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅਕਾਲ ਪੁਰਖ ਠੀਕ ਹੈ, ਬੁਲੰਦ ਹਸਤੀ ਹੈ, ਪਰ ਉਹਦੇ ਭੇਜੇ ਅਵਤਾਰਾਂ ਵਿੱਚ ਤਾਕਤਾਂ ਹੁੰਦੀਆਂ ਨੇ। ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਰਘੁਵੰਸ਼ ਵਿੱਚ ਪੈਦਾ ਹੋਏ ਰਾਮਚੰਦਰ ਜੀ ਮਹਾਰਾਜ ਅਕਾਲ ਪੁਰਖ ਦੇ ਹੀ ਭੇਜੇ ਸਨ। ਉਹ ਵੀ ਅਜ਼ਮਤਾਂ ਦੇ, ਤਾਕਤਾਂ ਦੇ ਮਾਲਕ ਸਨ। ਪੱਥਰ ਤਾਰੇ ਨੇ ਉਹਨਾਂ ਨੇ, ਬਾਣੀ ਨੇ ਮੰਨਿਆ ਇਸ ਗੱਲ ਨੂੰ। ਪਰ ਪੱਥਰ ਜੜ ਨੇ, ਖੁਦ ਬਖੁਦ ਨਹੀਂ ਤਰ ਸਕਦੇ, ਤੇ ਤੁਹਾਨੂੰ ਪੱਥਰ ਦੀ ਬੇੜੀ ਪਾਰ ਨਹੀਂ ਲਾਵੇਗੀ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਕਈਆਂ ਨੇ ਪੱਥਰ ਨੂੰ ਰੱਬ ਸਮਝ ਲਿਆ, ਕਿਆਸਾ ਲਾਇਆ, ਅਨੁਮਾਨ ਲਾਇਆ। ਮਹਾ ਮੂੜ ਕਛ ਭੇਦ ਨਾ ਜਾਣਤ। ਮੂੜ ਦਾ ਭਾਵ ਭੁੱਲਿਆ ਹੋਇਆ, ਅਣਜਾਣ, ਜੜ, ਮੂਰਖ। ਇਹ ਕਹਿੰਦੇ ਵੱਡੀ ਮੂਰਖਤਾ ਹੈ। ਪੱਥਰ ਨੂੰ ਰੱਬ ਸਮਝ ਕੇ ਬੈਠ ਗਏ। ਉਹਨਾਂ ਭੇਦ ਜਾਣਿਆ ਹੀ ਨਾ ਪਰਮਾਤਮਾ ਦਾ, ਉਹਨਾਂ ਸਮਝਿਆ ਹੀ ਨਾ ਪਰਮਾਤਮਾ ਨੂੰ। ਉਹ ਤੇ ਹਰ ਜ਼ਰੇ ਵਿੱਚ ਸੀ, ਗਲਤੀ ਅਨੁਮਾਨ ਲਾਉਂਦੇ ਰਹਿ ਗਏ। ਮੂਰਤਾਂ ਘੜ ਲਈਆਂ, ਪੂਜਾ ਕਰ ਲਈ, ਉਹ ਤੇ ਤੁਹਾਡੇ ਵਿੱਚ ਵੱਸਦਾ ਸੀ। ਕਹਿੰਦੇ ਤੁਹਾਡੇ ਨਾਲ ਤੇ ਉਹ ਗੱਲ ਬਣ ਗਈ ਜਿਹੜੀ ਹਿਰਨ ਨਾਲ ਬਣੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਡੈ ਪ੍ਰਦੇਸ਼। ਹਿਰਨ ਦੇ ਵਿੱਚ ਕਸਤੂਰੀ ਹੈ, ਅਮੁੱਲੀ ਵਸਤੂ ਹੈ। ਉਹ ਬੜੀ ਮੁਸ਼ਕਿਲ ਨਾਲ ਮਿਲਦੀ ਹੈ, ਬੜਾ ਮੁੱਲ ਹੈ ਉਸਦਾ। ਉਹਦੀ ਖੁਸ਼ਬੂ ਹੀ ਬੜੀ ਹੈ, ਤੇ ਹਿਰਨ ਜੰਗਲ ਵਿੱਚ ਲੱਭਦਾ ਫਿਰਦਾ ਹੈ, ਦੌੜਿਆ ਫਿਰਦਾ ਹੈ ਵੀ ਇਹ ਖੁਸ਼ਬੂ ਆਉਂਦੀ ਕਿੱਥੋਂ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਰਾ ਜੀਵਨ ਢੂੰਡਦਿਆਂ ਹੀ ਲਾ ਦਿੱਤਾ। ਉਹ ਜਿਹੜੀ ਕਸਤੂਰੀ ਸੀ ਉਹਦੇ ਅੰਦਰ ਹੀ ਸੀ। ਇੱਦਾਂ ਹੀ ਅਸੀਂ ਭੱਜੇ ਫਿਰਦੇ ਹਾਂ, ਪਰਮਾਤਮਾ ਸਾਡੇ ਅੰਦਰ ਹੈ, ਸਮਝ ਨਹੀਂ ਪਾਉਂਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪੰਡਤ ਪੜ੍ਹੈ ਵਖਾਣੈ ਵੇਦ, ਅੰਤਰ ਅਵਸਥ ਨਾ ਜਾਣੈ ਭੇਦ। ਗਿਆਨ ਬੜਾ ਹਾਸਲ ਕਰ ਲਿਆ ਪੰਡਤ ਜੀ, ਪਰ ਤੁਸੀਂ ਰੱਬ ਲੱਭਿਆ ਪੱਥਰਾਂ ਵਿੱਚ। ਉਹ ਜੜ ਸੀ, ਰੱਬ ਤੁਹਾਡੇ ਹੀ ਅੰਦਰ ਸੀ। ਕਿਤੇ ਅੰਦਰ ਦੀ ਖੋਜ ਕਰਦੇ ਤੇ ਪਰਮਾਤਮਾ ਦਾ ਰੂਪ ਹੋ ਨਿਬੜਦੇ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਨੇੜਾ ਨੇੜਾ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋਲ ਹੈ। ਵਿਰਲੇ ਗੁਰਮੁਖਾਂ ਨੂੰ ਭੇਦ ਹੈ। ਅਕਾਲ ਪੁਰਖ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ? ਬਾਣੀ ਦਾ ਫੁਰਮਾਨ ਹੈ, ਅਸ਼ਟਦਸੀ ਚੌਹੋ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। 18 ਪੁਰਾਣ ਵੀ ਉਹਦਾ ਭੇਦ ਨਾ ਪਾ ਸਕੇ। ਗੁਰੂ ਤੇ ਉਪਦੇਸ਼ ਨਾਲ ਹੀ ਪ੍ਰਾਪਤ ਹੁੰਦਾ ਹੈ, ਸਮਝ ਲੱਗਦੀ ਹੈ। ਤਾਂ ਹੀ ਤਾਂ ਰਾਮਚੰਦਰ ਜੀ, ਕ੍ਰਿਸ਼ਨ ਜੀ ਵਰਗੇ ਮਹਾਂਪੁਰਸ਼ਾਂ ਨੂੰ ਵੀ ਗੁਰੂ ਧਾਰਨੇ ਪਏ। ਗੁਰੂ ਹੀ ਰਸਤਾ ਦਿਖਾਉਂਦਾ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਭੇਦ ਸਾਰੇ ਨਹੀਂ ਜਾਣ ਸਕੇ। ਹੁਣ ਇੱਕ ਹੋਰ ਮਹਾਰਾਜ ਅੱਗੇ ਜ਼ਿਕਰ ਕਰਦੇ ਨੇ, ਮਹਾਦੇਵ ਕਉ ਕਹਿਤ ਸਦਾ ਸਿਵ। ਮਹਾਦੇਵ ਜਿਹੜਾ ਲਫ਼ਜ਼ ਹੈ ਨਾ, ਇਹ ਸ਼ਿਵ ਜੀ ਲਈ ਆਇਆ ਹੈ, ਜੋ ਦੇਵਤਿਆਂ ਚੋਂ ਮਹਾਨ ਮਹਾਂਪੁਰਸ਼ ਹੋਏ ਨੇ। ਹੁਣ ਮਹਾਰਾਜ ਕਹਿੰਦੇ ਨੇ, ਕੋਟ ਮਹਾਦੇਵ ਅਰ ਕਬਿਲਾਸ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਰੋੜਾਂ ਸ਼ਿਵ ਹੋਏ ਨੇ ਉਹਦੇ ਹੁਕਮ ਵਿੱਚ, ਅਕਾਲ ਪੁਰਖ ਦੀ ਕਿਰਪਾ ਨਾਲ। ਕਹਿੰਦੇ ਅਰ ਕਬਿਲਾਸ, ਕੈਲਾਸ਼ ਵੀ ਕਈ ਨੇ ਇੱਥੇ। ਅੱਗੇ ਲਫ਼ਜ਼ ਵਰਤਿਆ ਹੈ ਸਦਾ। ਸ਼ਿਵ ਸਦਾ ਕਹਿੰਦੇ ਨੇ ਜੋ ਹਮੇਸ਼ਾ ਹੈ, ਜੋ ਸਦੀਵੀ ਹੈ। ਤੇ ਸ਼ਿਵ ਦਾ ਭਾਵ ਤੁਸੀਂ ਸਮਝਿਓ। ਕਹਿੰਦੇ ਇਹਨਾਂ ਕੀ ਕੀਤਾ?
कई ਜਿਹੜੇ ਪੁਰਸ਼ ਨੇ ਲੋਕ ਨੇ ਉਹਨਾਂ ਨੇ ਮਹਾਦੇਵ ਨੂੰ ਸ਼ਿਵ ਜੀ ਨੂੰ ਸਦਾ ਸ਼ਿਵ ਸਮਝ ਲਿਆ। ਸਦਾ ਕਹਿੰਦੇ ਨੇ ਅਕਾਲ ਪੁਰਖ ਨੂੰ, ਤੂੰ ਸਦਾ ਸਲਾਮਤ ਨਿਰੰਕਾਰ ਜੋ ਸਦੀਵੀ ਹੈ। ਸ਼ਿਵ ਦੇ ਮਤਲਬ ਸਮਝਿਓ, ਬੇਅੰਤ ਅਰਥ ਨੇ ਸ਼ਿਵ ਦੇ, ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਨੇ। ਸ਼ਿਵ ਦਾ ਜਿਹੜਾ ਪਹਿਲਾ ਪੱਖ ਹੈ ਨਾ, ਸ਼ਿਵ ਦਾ ਭਾਵ ਹੁੰਦਾ ਹੈ ਕਲਿਆਣ ਸਰੂਪ ਪਰਮਾਤਮਾ, ਜੋ ਕਲਿਆਣ ਬਖਸ਼ਦਾ ਹੈ। ਸ਼ਿਵ ਸ਼ਿਵ ਕਰਤ ਸਗਲ ਕਰ ਜੋ ਰਹਿ, ਸਰਬ ਮਇਆ ਠਾਕੁਰ ਤੇਰੀ ਦੋਹੀ। ਐ ਅਕਾਲ ਪੁਰਖ, ਤੇਰਾ ਨਾਮ ਸਾਰੇ ਧਿਆਉਂਦੇ ਨੇ ਕਿਉਂਕਿ ਤੂੰ ਕਲਿਆਣ ਸਰੂਪ ਹੈ। ਤੂੰ ਸਰਬ ਉੱਪਰ ਦਇਆ ਕਰਨ ਵਾਲਾ ਹੈ, ਦਿਆਲੂ ਹੈ, ਝੋਲੀਆਂ ਭਰਨ ਵਾਲਾ ਹੈ। शिव सख्त आप उपाय कै करता, आपे हुक्म वरताए। ਇਹਦਾ ਅਰਥ ਸਮਝਿਓ, शिव ने भाव ईश्वर ने, अकाल पुरख ने आप करता हो के माया पैदा कीती ते माया तो संसार रच दिता, अपने हुक्म विच संसार नूं चलाया। इसे ही शिव नूं, अकाल पुरख नूं गुरु गोबिंद सिंह ने आखिया सी, देह सिवा बर मोहे यह है शुभ करमन ते कबहू ना डरूं। शिव का पहला अर्थ है कल्याणकारी परमात्मा, जो सदीवी है, सदा रहन वाला है। जेड़ा दूसरा शिव का मतलब है चेतन नूं कहंदे ने, जीव नूं कहंदे ने, जह देखा तह रव रहे शिव शक्ति का मेल। कहंदे जिथे भी वेखो ना संसार विच, उधर ही जीव ते माया का संबंध तुहानूं मिलेगा। सारे जीव माया के हुक्म विच चल रहे ने, अधीन चल रहे ने, माया विच गलतान होए पए ने। अगला शिव का अर्थ है शांति, सहज ज्ञान। आपे शिव वरताईन अंतर, तुहाडे अंदर शांति वरताउंदा है। आपे शीतल थार गड़ा शांति वरता के तुहानूं ठंडियां कर दिंदा है। शिव के बड़े अर्थ ने। हुण अखीरला अर्थ शिव का है महादेव, शिव जी महाराज। उन्हां बारे बाणी कहती है, पार ब्रह्म प्रभ भये दयाला, शिव कै बाण सिर काटियो। हुण पार ब्रह्म ते शिव इक्के पंक्ति च आ गए। इहदा मतलब शिव होर है ते पार ब्रह्म होर है। गुरु ग्रंथ साहिब कहते ने, जिवें शिव का तरशूल पापियां दा नाश करदा है, इउं अकाल पुरख दा जेड़ा ज्ञान है, ज्ञान दी तलवार है, शिव दे तरशूल दी न्याई विकारां दा नाश करदी है। होर भी आउंदा एक जगह, कहंदे कोट सख्त शिव आग्याकार, कोट जी देवै आधार। कहंदे करोड़ां ही शिव जी उहदे आग्या विच चलण वाले ने, 10 अवतार राजे होए वरते, महा देव अवधूता। पर एक गल कही है बाणी ने, एक जेड़ा वडियाई दा पक्ष है शिवजी महाराज दा, उहदे बारे कहा है। कहंदे इत्थे विष्णु जी दे 10 अवतार होए, बड़े महापुरुष होए, उन्हां दा बड़ा सत्कार है। कहंदे पर जेड़े शिवजी होए ने ना, उन्हां महापुरुषां वर्गा त्यागी कोई नहीं होया। ये गुण है शिव जी विच, वो बड़े त्यागी होए ने। रुद्र ध्यान ज्ञान सतगुर के कविजन भल उन्हें जो गावै, उहदे वर्गी कोई समाधि नहीं ला सकिया अकाल पुरख की याद विच। पर नाल ये भी महाराज ने कह दिता, चाहे वो बड़े महान पुरुष होए ने, तिन भी अंत ना पायो तेरा लाए थके भेपूता। शिव जी भी अकाल पुरख जी का अंत ना पा सके। बाणी कहती है, शिव से तपसी याद, ब्रह्मा से ना वेद चारी, सनत कुमार सी तपस्या ना अनंत है। एक शिव भये एक गए, एक फिर भये, रामचंद्र कृष्ण के अवतार भी अनेक हैं। कलगीधर कहते ठीक है, शिव जी महाराज वर्गी कोई तपस्या नहीं कर सकिया, पर शिव जी अकाल पुरख नहीं, अकाल पुरख दे भेजे हुई वो महापुरुष ने। एक शिव भये, इत्थे कई शिव पैदा होए, एक गए, उहदे हुक्म विच कार करके चले गए। एक फिर भये, फिर उहदे हुक्म विच आ जाणगे।
इत्थे कहिंदे रामचंद्र कृष्ण के अवतार भी अनेक हैं, बड़े महापुरुष आउंदे ने इत्थे, पर थिर कोई नहीं है। शिवपुरी ब्रह्म इंद्रपुरी निहचल को थाओ नाही। कोई सदीवी नहीं है, ना ब्रह्मपुरी ना इंद्रपुरी ना शिवपुरी। महाराज कहते कईयां महादेव नूं अकाल पुरख समझ लिया, निरंकार का चींत नह भेव। असल दे विच इन्हां लोकां ने निराकार अकाल पुरख दा जिहड़ा भेद सी ना वो चीनिया ही ना। चीन दा भाव हुंदा है पछाण करनी, निशान नूं लभ लैना। असल विच वो भेद समझ ना सके अकाल पुरख दा। भेद यही है, ਉਹਦਾ मर्म यही है, वो सदीवी है। बाकी सारे अवतार भगवान महापुरुष आउंदे जांदे रहिंदे ने। करण पलाहा कर है शिवदेव, तिल नहीं बूझै अलख अपेव। कहंदे निरंकार दा जिहड़ा पक्ष है उत्ते बड़े बड़े महादेव वर्गे महापुरुषां दी पकड़ च नहीं आया। वो एडा वड्डा है, आम कहंदे लोकाई दी पकड़ विच कित्थों आवेगा। जिवें बाणी दा फरमान है, तू जुग जुग एको, सदा सदा तू एको जी, तू निहचल करता सोई। असल जिहड़ा शिव कल्याणकारी परमात्मा है वो सदीवी है, वो जमदा मरदा नहीं है, वो अमर है। पर महाराज अगे कहंदे आप अपनी बुद्ध है जेती। बुद्धि कहंदे ने अंदरूनी शक्ति नूं जो निर्णय करती है ठीक है कि गलत है। अंतर आत्मा अंतशकरण अंदर दी जिहड़ी इंद्री है, अकल मत समझ। कहंदे हुण अकाल पुरख जिन्नी क तूं बुद्धि बख्शी है किसी नूं, जिन्ना क ज्ञान बख्शिया है, जिन्ने क वो बुद्धिवान तूं बनाए ने, उसे तरह ही उन्हां ने भेद तेरे गाए ने। हुण बाणी दा एक फरमान है, आख्या है केते कीते बुद्ध। बुद्ध जी वर्गे महात्मा भी तेरे भेद नूं गाउंदे ने, तेरी वडियाई करदे ने, पर अंत कोई नहीं पा सकिया। हुण जिन्नी क तूं बुद्धि दित्ती सी, वर्णत भिन्न भिन्न तोहे तेती। ऐ अकाल पुरख तेरी बख्शी हुई बुद्धि दे अनुसार, तेरे बख्शे हुए ज्ञान दे अनुसार वर्णत, इहदा भाव है वर्णत आखना, बयान करना। जिन्नी क तूं बुद्धि दित्ती है उहदे अकॉर्डिंग ही तेरे गुणां नूं सारे बयान करदे ने। भिन्न दा भाव है भेद नूं प्राप्त, अलग अलग। कोई बहुते नाम तेरे बयान कर गया, उहदी सुरत इन्नी उच्ची सी, कोई थोड़े नाम तेरे उचारदा है, कोई तेरे बहुते गुण गाउंदा है। जिन्नी क बुद्धि ज्ञान तूं बख्शिया, जिन्नी क खोज तेरी किरपा नालों कर सके, उन्ना की तैनूं वो बयान कर गए, उन्ना की ही वो बयान कर पाए ने। तेती का मतलब हुंदा उतनी ही, उन्नी क बयानबाजी कीती जिन्नी क तूं किरपा कीती है, जिन्ना क उन्हां नूं ज्ञान सी। जिन्नियां पौड़ियां कोई चढ़दा उन्नियां ही बयान करेगा। जेती प्रभु जनाई रसना तेती भनी, अनजानत जो सेवा तेती नह जाए गनी। गुरु ग्रंथ साहब कहंदे परमात्मा जितनी सृष्टि तेरे गीत गाउंदी है ना, वो उतने ही गीत गाउंदी है जितनी तू उन्हां नूं सोझी दित्ती है बयान करन दी। कईयां दा ते सानूं पता है तेरे गीत गाउंदे ने, ते कईयां दा सानूं नहीं पता। सब जीव जंतु तेरे गीत गाउंदे ने। ऐ अकाल पुरख असल विच तेरी बुलंद हस्ती तो, तेरी पूਰਨ गत तो सारे ही अणजाण ने। सब नदियां नाले तेरे समुंदर अगमी स्वरूप विच समा जाते ने तेरे गीत गा के, पर तेरा अंत कोई नहीं पा सकता। अवगत अगंत अथा ठाकर सगल मंजे बाहरा, सर्ब जाचक एक दाता नह दूर संगी जाहरा। सारे तेरे गीत क्यों गाउंदे ने? तू दाता है, सारे जाचक ने, पर ऐ अकाल पुरख तेरा अंत नहीं पाया जा सकता।
ਓਨਾ ਕੁ ਹੀ ਜੀਵ ਜੰਤੂ ਸ੍ਰਿਸ਼ਟੀ ਤੈਨੂੰ ਗਾ ਸਕੀ ਹੈ, ਜਿੰਨੀ ਕੁ ਤੂੰ ਉਹਨਾਂ ਨੂੰ ਅਕਲ ਦਿੱਤੀ ਸੀ, ਬੁੱਧ ਦਿੱਤੀ ਸੀ। ਤੇਰਾ ਅੰਤ ਨਹੀਂ ਕੋਈ ਪਾ ਸਕਿਆ। ਤੁਮਰਾ ਲਖਾ ਨਾ ਜਾਏ ਪਸਾਰਾ। ਤੁਹਾਡਾ ਜਿਹੜਾ ਪਸਾਰਾ ਹੈ, ਖਲਾਰਾ ਹੈ, ਲਖਾ ਦਾ ਭਾਵ ਹੁੰਦਾ ਹੈ ਜਾਣਨਾ, ਤੱਕਣਾ, ਦੇਖਣਾ। ਤੇਰੇ ਸਾਰੇ ਫੈਲਾਓ ਨੂੰ, ਪਸਾਰੇ ਨੂੰ, ਖਲਾਰੇ ਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਕੋਈ ਲੱਖ ਨਹੀਂ ਸਕਿਆ, ਕੋਈ ਤੇਰਾ ਅੰਤ ਨਹੀਂ ਪਾ ਸਕਿਆ। ਕਿਹੇ ਬਿਦ ਸਜਾ ਪ੍ਰਥਮ ਸੰਸਾਰਾ। ਕਿਸ ਤਰ੍ਹਾਂ ਤੂੰ ਹੋਂਦ ਵਿੱਚ ਆਇਆ, ਕਿਸ ਤਰ੍ਹਾਂ ਤੂੰ ਆਦਿ ਦੇ ਵਿੱਚ ਦੁਨੀਆ ਨੂੰ ਸਾਜਿਆ। ਕਿਹੇ ਦਾ ਮਤਲਬ ਹੈ ਕਿਸ ਪ੍ਰਕਾਰ, ਬਿਦ ਦਾ ਮਤਲਬ ਹੈ ਤਰੀਕਾ। ਕਿਸ ਪ੍ਰਕਾਰ ਤਰੀਕੇ ਨਾਲ ਤੂੰ ਦੁਨੀਆ ਨੂੰ ਸਾਜਿਆ ਹੈ। ਇੱਥੇ ਸੱਜ ਦਾ ਮਤਲਬ ਹੈ ਸੋਭਾ, ਸਜਾਵਟ, ਹੋਂਦ। ਕਿਸ ਤਰ੍ਹਾਂ ਤੂੰ ਦੁਨੀਆ ਸਾਜੀ। ਪ੍ਰਥਮ ਦਾ ਮਤਲਬ ਹੈ ਪਹਿਲਾਂ, ਸ਼ੁਰੂਆਤ ਕਿਵੇਂ ਕੀਤੀ ਹੈ ਦੁਨੀਆ ਦੀ। ਸੰਸਾਰ ਕਹਿੰਦੇ ਨੇ ਜੋ ਸੰਸਰਣ ਕਰੇ, ਜੋ ਬਦਲਦਾ ਰਵੇ, ਜਿਹਦਾ ਆਉਣਾ ਜਾਣਾ ਲੱਗਾ ਰਵੇ। ਅੱਜ ਤੱਕ ਇਹ ਕਿਸੇ ਨੂੰ ਸਮਝ ਨਹੀਂ ਆਈ ਇਹ ਸੰਸਾਰ ਕਿਸ ਤਰ੍ਹਾਂ ਬਣਿਆ ਹੈ। ਇਹ ਠੀਕ ਹੈ ਉਹਦੇ ਹੁਕਮ ਵਿੱਚ ਬਣਿਆ ਹੈ, ਕਿਸ ਦਿਨ ਬਣਿਆ ਇਹ ਨਹੀਂ ਕੋਈ ਸਮਝ ਸਕਿਆ। ਕਿਸ ਤਰ੍ਹਾਂ ਘਟਿਆ ਹੈ ਇਹ ਨਹੀਂ ਕੋਈ ਸਮਝ ਸਕਿਆ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਹੁਣ ਆਪਾਂ ਉਹਦੀਆਂ ਬਣਾਈਆਂ ਮੂਰਤਾਂ ਹਾਂ, ਆਪਾਂ ਚਿੱਤਰਕਾਰ ਬਾਰੇ ਕਿਵੇਂ ਦੱਸ ਸਕਦੇ ਹਾਂ। ਆਪਾਂ ਉਸ ਕਰਤੇ ਦੇ, ਉਸ ਕਾਰੀਗਰ ਦੇ ਘੜੇ ਹੋਏ ਸਾਜ਼ ਹਾਂ ਕਿਵੇਂ ਬਿਆਨ ਕਰ ਸਕਦੇ ਹਾਂ ਉਸਨੇ ਕਿਸ ਤਰ੍ਹਾਂ ਦੁਨੀਆ ਬਣਾਈ ਹੈ। ਦੁਨੀਆ ਸਾਜਣ ਵਾਲਾ ਉਹ ਆਪ ਹੈ, ਬਣਾਉਣ ਵਾਲਾ ਉਹ ਆਪ ਹੈ। ਪਰ ਕਦੋਂ ਸਾਜਿਆ ਹੈ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਨਹੀਂ ਜਾਣਦਾ ਕਵਣ ਸੋ ਵੇਲਾ, ਵਕਤ ਕਵਣ, ਕਵਣ ਥਿਤ ਕਵਣ, ਵਾਰ ਕਵਣ ਸੇ ਰੁੱਤੀ, ਮਾਹੋ ਕਵਣ ਜਿਤ ਹੋਆ ਆਕਾਰ। ਉਹ ਕਿਹੜਾ ਮਹੀਨਾ ਸੀ, ਥਿਤਵਾਰ ਕੀ ਸੀ, ਕਿਹੜਾ ਦਿਨ ਸੀ ਜਦੋਂ ਤੂੰ ਆਕਾਰ ਬਣਾਏ, ਇਹ ਕੋਈ ਨਹੀਂ ਜਾਣਦਾ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ, ਪੁਰਾਣ ਪ੍ਰਾਚੀਨ ਗ੍ਰੰਥਾਂ ਚੋਂ ਵੀ ਕੋਈ ਭੇਦ ਨਹੀਂ ਸਮਝ ਸਕਿਆ। ਪੰਡਤ ਵੀ ਇਸ ਭੇਦ ਨੂੰ ਨਾ ਜਾਣ ਸਕੇ। ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ, ਕੁਰਾਨ ਨੂੰ ਵੀ ਇਹ ਭੇਤ ਨਹੀਂ ਹੈ, ਪੈਗੰਬਰਾਂ ਨੂੰ ਵੀ ਇਹ ਭੇਤ ਨਹੀਂ ਹੈ। ਕਹਿੰਦੇ ਕੋਈ ਨਹੀਂ ਜਾਣਦਾ। ਮਹਾਰਾਜ ਆਖਣ ਲੱਗੇ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰਠੀ ਕਉ ਸਾਜੇ ਆਪੈ ਜਾਣੈ ਸੋਈ। ਇਹ ਉਹ ਚਿੱਤਰਕਾਰ ਹੀ ਜਾਣਦਾ ਉਹਨੇ ਮੂਰਤ ਕਦੋਂ ਘੜੀ ਹੈ, ਹੋਰ ਕੋਈ ਨਹੀਂ ਜਾਣ ਸਕਿਆ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਿਰਫ ਇੰਨਾ ਹੀ ਕਹਿੰਦੇ ਨੇ ਉਤਪਤ ਪਰਲੋ ਸ਼ਬਦੈ ਹੋਵੈ, ਸ਼ਬਦੇ ਹੀ ਫਿਰ ਓਪਤ ਹੋਵੈ। ਬਸ ਉਹਦੇ ਹੁਕਮ ਵਿੱਚ ਦੁਨੀਆ ਸੱਜਦੀ ਹੈ, ਹੁਕਮ ਵਿੱਚ ਹੀ ਦੁਨੀਆ ਨਾਸ਼ ਹੁੰਦੀ ਹੈ। ਕਦੋਂ ਸੱਜੀ, ਕਦੋਂ ਇਹਦਾ ਅੰਤ ਹੋਵੇਗਾ, ਇਹ ਉਹ ਆਪ ਹੀ ਜਾਣਦਾ ਹੈ। ਸੋ ਇਸ ਗੱਲ ਦਾ ਖਿਆਲ ਰੱਖਿਓ, ਇਹ ਸਾਰੀ ਰਚਨਾ ਉਸ ਅਕਾਲ ਪੁਰਖ ਦੀ ਹੈ। ਮਰਜ਼ੀ ਨਾਲ ਸਾਜਦਾ ਹੈ, ਮਰਜ਼ੀ ਨਾਲ ਇਹਦਾ ਖੁਰਾ ਖੋਜ ਮਿਟਾ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਇਸ ਪਸਾਰੇ ਨੂੰ ਕੋਈ ਨਹੀਂ ਜਾਣਦਾ। ਮਨੁੱਖੀ ਸਮਝ ਤੋਂ ਇਹ ਭੇਤ ਪਰਾਂ ਦੇ ਨੇ, ਇਹ ਤੂੰ ਹੀ ਅਕਾਲ ਪੁਰਖ ਜਾਣਦਾ ਹੈ। ਉਹਦੀ ਅਗੰਮੀ ਵਡਿਆਈ ਗੁਰੂ ਗੋਬਿੰਦ ਸਿੰਘ ਗਾਉਂਦੇ ਨੇ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੋਇਆ ਫਤਿਹ ਗਜਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।